ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲਇਐ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ, ਦੇ ਖਾਜੈ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ। ਜੇ ਜਰ ਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਐ। ਕੋ ਰਹਿ ਨਾ ਭਰੀਐ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਆਸਾ ਕੀ ਵਾਰ ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 5ਵੀਂ ਪੌੜੀ, ਜਿਸ ਦਾ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਲੱਗੇ ਨੇ, ਜਿਨ੍ਹਾਂ ਦੀ ਵਿਚਾਰ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਕੀਤੀ ਹੈ। ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਰਾਸ ਧਾਰੀਆਂ ਦਾ ਜ਼ਿਕਰ ਕਰਦੇ ਹੋਇਆਂ ਇਹ ਗੱਲ ਸਮਝਾਈ ਸੀ ਕਿ ਹੇ ਭਲਿਆ, ਜੇ ਤੂੰ ਰਾਸ ਪਾਉਣ ਦੀ ਗੱਲ ਕਰਦਾ ਹੈ ਤਾਂ ਪਰਮਾਤਮਾ ਦੀ ਰਾਸ ਕੁਦਰਤੀ ਤੌਰ 'ਤੇ ਸੁਭਾਵਕ ਪੈ ਰਹੀ ਹੈ। ਉਹ ਅਸੀਂ ਬਚਨ ਪੜ੍ਹਿਆ ਸੀ, ਘੜੀਆਂ ਸੱਬੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਦੂਸਰੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਿਹੜੇ ਮਨੁੱਖ ਕੇਵਲ ਤੇ ਕੇਵਲ ਪੇਟ ਦੀ ਪੂਰਤੀ ਕਾਰਨ, ਕੇਵਲ ਤੇ ਕੇਵਲ ਚੰਦ ਛਿੱਲੜਾਂ ਦੇ ਕਾਰਨ ਆਪਣੇ ਆਪ ਨੂੰ ਗੁਰੂ ਸਦਾ ਕੇ ਚੇਲਿਆਂ ਦੇ ਇਸ਼ਾਰਿਆਂ ਦੇ ਉੱਤੇ ਨੱਚਦੇ ਨੇ, ਸਤਿਗੁਰੂ ਕਹਿਣ ਲੱਗੇ ਇਸ ਤਰੀਕੇ ਦਾ ਮਨੁੱਖ ਪਰਮਾਤਮਾ ਦੇ ਦਰ 'ਤੇ ਕਬੂਲ ਨਹੀਂ ਹੋ ਸਕਦਾ। ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਨ, ਫੇਰਨ ਸਿਰ ਕੀ ਮਿਲੇਗਾ। ਕਹਿੰਦੇ ਉੱਡ ਉੱਡ ਰਾਵਾ ਝੱਟ ਹੈ ਭਾਈ। ਜੇ ਤੂੰ ਕਿਸੇ ਦੀ ਅਧੀਨਗੀ ਸਵੀਕਾਰ ਕੀਤੀ ਹੈ, ਜੇ ਜਿਹਨੂੰ ਸਿੱਖਿਆ ਦੇਣੀ ਸੀ ਉਹਦੇ ਇਸ਼ਾਰਿਆਂ 'ਤੇ ਨੱਚਦਾ ਹੈ, ਤੇ ਆਖਰ ਤੇਰੇ ਸਿਰ ਦੇ ਵਿੱਚ ਖੇ ਪੈਣੀ ਹੈ। ਤੇ ਨਾਲ ਹੀ ਸਤਿਗੁਰਾਂ ਨੇ ਸੁਰਤ ਉੱਚੀ ਚੁੱਕ ਕੇ ਸਾਨੂੰ ਇਹ ਗੱਲ ਸਮਝਾਈ, ਮਤਾਂ ਇਹ ਮਨ 'ਚ ਰਹਿ ਜਾਵੇ ਕਿ ਸਾਰੇ ਦੇ ਸਾਰੇ ਜਿਹੜੇ ਪਖੰਡੀ ਧੋਖੇਬਾਜ਼ ਵਿਖਾਵੇ ਵਾਲੇ ਨੇ। ਸਤਿਗੁਰੂ ਕਹਿੰਦੇ ਨਹੀਂ, ਜਿਹੜੇ ਮਨੁੱਖ ਭਿੰਨੀ ਰਹਿਣ, ਜਿੰਨਾ ਮਨ ਚਾਹੋ, ਜਿਹੜੀ ਜ਼ਿੰਦਗੀ ਦੀ ਰਾਤ ਜਿਨ੍ਹਾਂ ਦੀ ਭਿੱਜ ਜਾਂਦੀ, ਅੰਦਰ ਚਾਹ ਪੈਦਾ ਹੋ ਜਾਂਦਾ ਹੈ, ਸਤਿਗੁਰੂ ਕਹਿਣ ਲੱਗੇ ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਇਸ ਭਵਜਲ ਨੂੰ ਪਾਰ ਕਰ ਜਾਂਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਲਮ ਲੰਘਾਏ ਪਾਰ। ਤੇ ਸਤਿਗੁਰਾਂ ਨੇ ਇਸ ਸ਼ਲੋਕ ਦੇ ਵਿੱਚ ਅਖੀਰ ਤੇ ਇਹ ਗੱਲ ਕਹੀ, ਭਲਿਆ ਜੇ ਘੁੰਮਣ ਦੇ ਨਾਲ, ਜੇ ਰਾਸ ਧਾਰੀ ਬਣਨ ਦੇ ਨਾਲ, ਜੇ ਫੇਰੀ ਲਾਉਣ ਦੇ ਨਾਲ ਹੀ ਰੱਬ ਮਿਲ ਜਾਂਦਾ ਹੁੰਦਾ, ਤੇ ਸਤਿਗੁਰਾਂ ਨੇ ਉੱਥੇ ਕੋਲੂ ਦੀ ਚਰਖੀ, ਚੱਕੇ ਦੀ, ਚੱਕੀ ਦੀ, ਚੱਕ ਦੀ ਇਹ ਉਦਾਹਰਨਾਂ ਦੇ ਕੇ ਕਹੀਆਂ ਕਿ ਇਹ ਚੀਜ਼ਾਂ ਬੜੀਆਂ ਘੁੰਮਦੀਆਂ ਨੇ। ਤੇ ਕੱਲ ਆਪਾਂ ਸਮਾਪਤੀ ਇਸ ਗੱਲ 'ਤੇ ਕੀਤੀ ਸੀ ਕਿ ਹੇ ਪ੍ਰਭੂ, ਇਹ ਜੀਵ ਦੇ ਕੀ ਵੱਸ ਹੈ। ਜਿਹੜੀਆਂ ਚੀਜ਼ਾਂ ਕੁਦਰਤੀ ਤੌਰ 'ਤੇ ਘੁੰਮਦੀਆਂ ਨੇ ਉਹ ਵੀ ਘੁੰਮ ਰਹੀਆਂ ਨੇ, ਜਿਹੜੇ ਤੈਨੂੰ ਘੁੰਮ ਕੇ ਖੁਸ਼ ਕਰਨ ਦਾ ਯਤਨ ਕਰਦੇ ਨੇ ਉਹ ਵੀ ਘੁੰਮਦੇ ਪਏ ਨੇ। ਤੀਸਰੀ ਘੁੰਮਣ ਦਾ ਸਤਿਗੁਰਾਂ ਨੇ ਉਹ ਜ਼ਿਕਰ ਕੀਤਾ, ਜਿਨ੍ਹਾਂ ਨੂੰ ਤੂੰ ਬੰਧਨਾਂ ਦੇ ਵਿੱਚ, ਮਾਇਆ ਦੇ ਵਿੱਚ, ਕਰਮਾਂ ਦੇ ਬੰਧਨਾਂ 'ਚ ਪਾਇਆ, ਉਹ ਵੀ ਘੁੰਮਦੇ ਪਏ ਨੇ। ਪਿਆ ਇਹ ਬੰਧਨ ਬੰਦ ਭਵਾਏ ਸੋਏ, ਪਿਆ ਕਿਰਤ ਨੱਚੈ ਸਭ ਕੋਏ। ਤੇ ਅਖੀਰ 'ਤੇ ਆਪਾਂ ਇਹਦੀ ਸਮਾਪਤੀ ਕੀਤੀ ਸੀ ਕਿ ਨੱਚਣ ਕੁੱਦਣ ਮਨ ਕਾ ਚਾਓ। ਇੱਥੋਂ ਵਿਚਾਰ ਆਪਾਂ ਆਰੰਭ ਕਰਨੀ ਹੈ। ਯਾਦ ਰੱਖਿਓ, ਜਦੋਂ ਵੀ ਕੋਈ ਧਾਰਮਿਕ ਨਾਟਕ ਨੂੰ ਲੈ ਕੇ ਜਾਂ ਧਾਰਮਿਕ ਰੰਗਤ ਨੂੰ ਲੈ ਕੇ ਕੋਈ ਤੁਰਨ ਦਾ ਯਤਨ ਕਰਦਾ ਹੈ, ਮੈਂ ਜਿਸ ਦਿਨ ਵਿਚਾਰ ਆਰੰਭ ਹੋਈ ਸੀ ਉਸ ਦਿਨ ਵੀ ਕਿਹਾ ਸੀ ਕਿ ਸ਼ੁਰੂਆਤ ਜਿਹੜੀ ਹੈ ਉਹ ਮਲੀਨਤਾ ਦੇ ਵਿੱਚ ਕਦੀ ਨਹੀਂ ਹੁੰਦੀ। ਜਦੋਂ ਕਿਸੇ ਵੀ ਚੀਜ਼ ਦੀ ਕੋਈ ਸ਼ੁਰੂਆਤ ਕਰਦਾ ਹੈ ਨਾ,
ਉਹਦੇ ਸ਼ੁਰੂਆਤ ਦੇ ਪਿੱਛੇ ਜਿਹੜਾ ਮਕਸਦ ਬੜਾ ਚੰਗਾ ਹੁੰਦਾ ਹੈ, ਬੜਾ ਪਵਿੱਤਰ ਮਕਸਦ ਹੁੰਦਾ ਹੈ। ਜਿਸ ਵੇਲੇ ਰਾਸ ਧਾਰੀ ਲੋਕਾਂ ਨੇ ਰਾਸਾਂ ਪਾਉਣੀਆਂ ਸ਼ੁਰੂ ਕੀਤੀਆਂ, ਰਾਮ ਲੀਲਾ ਕੱਢੀਆਂ ਜਾਂਦੀਆਂ ਸਨ, ਉਦੋਂ ਮਕਸਦ ਸੀ ਕਿ ਕ੍ਰਿਸ਼ਨ ਦੀਆਂ, ਰਾਮ ਦੀਆਂ ਜਿਹੜੀਆਂ ਨੇ ਕਥਾ ਕਹਾਣੀਆਂ ਲੋਕਾਂ ਤੱਕ ਪਹੁੰਚਾਈਆਂ ਜਾਣ। ਪਰ ਵਿੱਚੋਂ ਹੌਲੀ ਹੌਲੀ ਸਿਧਾਂਤ ਉੱਡ ਕੇ ਰਹਿ ਗਿਆ। ਰਾਸ ਧਾਰੀਆਂ ਦੇ ਕੋਲ ਕੇਵਲ ਤੇ ਕੇਵਲ ਵਿਖਾਵਾ, ਕੇਵਲ ਤੇ ਕੇਵਲ ਮਲੀਨਤਾ ਰਹਿ ਗਈ, ਅੰਦਰ ਦਾ ਸਿਧਾਂਤ ਉੱਡ ਗਿਆ। ਮੇਰੇ ਸਤਿਗੁਰੂ ਕਹਿਣਗੇ ਹੁਣ ਰਾਸ ਧਾਰੀਏ ਨੱਚਦੇ ਤਾਂ ਜ਼ਰੂਰ ਨੇ, ਫੇਰੀਆਂ ਤੇ ਪਾਈਆਂ ਜਾ ਰਹੀਆਂ ਨੇ, ਪਰ ਗੱਲ ਯਾਦ ਰੱਖੀ ਭਲਿਆ, ਨੱਚਣ ਕੁੱਦਣ, ਇਹ ਜਿਹੜਾ ਨਾਚ ਗਾਣਾ ਹੋ ਰਿਹਾ, ਇਹ ਜਿਹੜੇ ਕੁੱਦਣ ਹੋ ਰਿਹਾ ਹੈ, ਕਹਿੰਦੇ ਮਨ ਕਾ ਚਾਓ, ਕਹਿੰਦੇ ਇਹ ਮਨ ਦਾ ਚਾਅ, ਮਨ ਦਾ ਕੇਵਲ ਤੇ ਕੇਵਲ ਵਲਵਲਾ ਹੈ। ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਸਾਡੇ ਵੀ ਪਰਿਵਾਰਾਂ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ, ਜਦੋਂ ਵਿਆਹ ਸ਼ਾਦੀ ਹੁੰਦਾ ਹੈ ਨਾ, ਤੇ ਜੇ ਕਿਸੇ ਨੂੰ ਰੋਕਣ ਦਾ ਯਤਨ ਕਰੀਏ, ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਨਹੀਂ ਜੀ ਇਹ ਨੱਚਣ ਕੁੱਦਣ ਮਨ ਕਾ ਚਾਓ ਬਾਣੀ ਨੇ ਕਿਹਾ ਹੈ। ਬਾਣੀ ਨੇ ਕਿਸ ਸੰਦਰਭ ਦੇ ਵਿੱਚ ਕਿਹਾ ਹੈ? ਬਾਣੀ ਨੇ ਇਸ ਪੱਖ 'ਚ ਕਿਹਾ ਹੈ, ਭਲਿਆ ਜੇ ਤੂੰ ਨੱਚਣ ਦੇ ਨਾਲ ਰੱਬ ਨੂੰ ਪਾਉਣ ਦਾ ਯਤਨ ਕਰਦਾ ਹੈ, ਨੱਚਣ ਦੇ ਨਾਲ ਰੱਬ ਤਾਂ ਨਹੀਂ ਮਿਲਣਾ, ਇਹ ਕੇਵਲ ਤੇ ਕੇਵਲ ਤੇਰਾ ਮਨ ਪਰਚਾਵਾ ਹੈ। ਯਾਦ ਰੱਖਿਓ, ਨੱਚਣਾ ਸਾਡਾ ਗੁਰੂ ਦਾ ਚਾਅ ਨਹੀਂ, ਇਹ ਮਨ ਦਾ ਚਾਅ ਹੈ। ਜੇ ਗੁਰੂ ਘਰ ਦੇ ਵਿੱਚ ਪ੍ਰੇਮ ਦੀ ਖੇਡ ਖੇਡਣੀ ਹੈ ਨਾ, ਜੇ ਗੁਰੂ ਘਰ ਦੇ ਵਿੱਚ ਨੱਚਣ ਦਾ ਦਿਲ ਕਰਦਾ ਹੈ, ਤੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੂੰ ਪ੍ਰੇਮ ਦੀ ਖੇਡ ਖੇਡਣੀ ਹੈ, ਜੇ ਤੂੰ ਨੱਚਣਾ ਹੈ, ਤੇ ਆ ਸਿਰ ਤਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰਨ ਨਾ ਕੀਜੈ। ਜੇ ਨੱਚਣਾ ਹੈ ਤੇ ਮੌਤ ਦੇ ਸਾਹਮਣੇ ਨੱਚਦਾ ਆ, ਤੇ ਆਪਣਾ ਸਿਰ ਦਾ ਖਿੱਦੋ ਬਣਾ ਕੇ, ਫੁੱਟਬਾਲ ਬਣਾ ਕੇ ਮੇਰੇ ਵਿਹੜੇ ਦੇ ਵਿੱਚ ਇਹਨੂੰ ਰੇੜ ਦੇ। ਜੋ ਤੋ ਪ੍ਰੇਮ ਖਿਲ ਆ ਹੈ ਨੱਚਣ ਦਾ ਚਾਅ। ਪਰ ਅੱਜ ਸਾਡੇ ਕੀ ਸਮਾਜ ਦੇ ਵਿੱਚ ਹੋ ਰਿਹਾ ਹੈ? ਦੇਖੋ, ਜਿਹਨੂੰ ਅਸੀਂ ਕਲਚਰ ਕਹਿ ਰਹੇ ਹਾਂ ਨਾ, ਇਹ ਸਾਡਾ ਕਲਚਰ ਨਹੀਂ। ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਅਰਜ਼ ਵੀ ਕੀਤੀ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਨਾਚ ਗਾਣਾ ਕੀਤਾ ਜਾਂਦਾ ਸੀ। ਗੁਰੂ ਘਰ ਦੀ ਮਰਿਆਦਾ ਕੁਛ ਵੱਖਰੀ ਹੈ। ਗੁਰੂ ਘਰ ਦੇ ਵਿੱਚ ਨਾਚ ਗਾਣੇ ਨੂੰ ਪ੍ਰਧਾਨਗੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਨੇ, ਉਹ ਪਰਖ ਕਰਦਾ ਹੈ, ਉਹ ਕਈ ਤਰ੍ਹਾਂ ਦੀਆਂ ਪਰਖਾਂ ਕਰਦਾ। ਇੱਕ ਪਰਖ ਦੇ ਵਿੱਚ ਬੱਚੀਆਂ ਆਉਂਦੀਆਂ ਨੇ, ਜਵਾਨ ਲੜਕੀਆਂ ਆਉਂਦੀਆਂ ਨੇ, ਕਈ ਤਰ੍ਹਾਂ ਦੇ ਹਾਵ ਭਾਵ ਕਰਕੇ ਤੇ ਸਤਿਗੁਰਾਂ ਦੇ ਸਾਹਮਣੇ ਨੱਚਣਾ ਸ਼ੁਰੂ ਕਰਦੀਆਂ ਨੇ। ਸਾਡੇ ਘਰ ਦਾ ਸਿਧਾਂਤ ਨੱਚਣਾ ਹੁੰਦਾ। ਮੈਨੂੰ ਮਾफ़ ਕਰਨਾ, ਜਿੰਨੀ ਅੱਜ ਸਾਡੇ ਅੰਦਰ ਮਲੀਨਤਾ ਆ ਗਈ ਹੈ ਨਾ, ਇਹ ਸਿੱਖ ਦਾ ਜੀਵਨ ਨਹੀਂ ਸੀ। ਜਦੋਂ ਨੱਚਣ ਲੱਗੀਆਂ, ਸਤਿਗੁਰਾਂ ਨੇ ਉਸੇ ਵੇਲੇ ਕਹਿ ਦਿੱਤਾ, ਧੀਓ ਰੁਕ ਜਾਓ, ਬਾਪ ਦੇ ਸਾਹਮਣੇ ਧੀਆਂ ਨੱਚਦੀਆਂ ਸੋਹਣੀਆਂ ਨਹੀਂ ਲੱਗਦੀਆਂ, ਬਾਪ ਦੇ ਸਾਹਮਣੇ ਧੀਆਂ ਨੱਚਦੀਆਂ ਚੰਗੀਆਂ ਨਹੀਂ ਲੱਗਦੀਆਂ। ਕਹਿ ਲਗੇ ਜੇ ਕੁਝ ਕਰਨਾ ਹੈ ਤੇ ਪਰਮੇਸ਼ਰ ਦਾ ਨਾਮ ਜਪੋ, ਜਿਹਦੇ ਨਾਲ ਤੁਹਾਡਾ ਜੀਵਨ ਦਾ ਭਲਾ ਹੋ ਜਾਣਾ ਹੈ, ਤੁਹਾਡਾ ਜੀਵਨ ਸੌਰ ਜਾਵੇਗਾ। ਉਸ ਬਚਨ ਪੜ੍ਹਦੇ, ਗਾਛੋ ਪੁੱਤਰੀ ਰਾਜਕੁਮਾਰ, ਤੁਸੀਂ ਰਾਜਕੁਮਾਰੀਆਂ ਜੇ, ਆ ਕਿਹੜੇ ਕਰਮਾਂ ਦੇ ਵਿੱਚ ਪੈ ਗਈਆਂ, ਕਿਹੜੇ ਕੰਮਾਂ ਵੱਲ ਤੁਹਾਡਾ ਮੂੰਹ ਹੋ ਗਿਆ। ਤੇ ਇੱਥੇ ਸਤਿਗੁਰੂ ਕਹਿ ਲਗੇ ਨੱਚਣ ਕੁੱਦਣ ਮਨ ਕਾ ਚਾਓ। ਕਹਿੰਦੇ ਜਿਹੜੇ ਮਨੁੱਖ ਨੱਚਦੇ ਕੁੱਦਦੇ ਨੇ, ਕੇਵਲ ਤੇ ਕੇਵਲ ਇਹ ਗੱਲ ਕਹਿੰਦੇ ਨੇ ਨੱਚਣਾ ਹੀ ਜ਼ਿੰਦਗੀ ਹੈ। ਸਤਿਗੁਰਾਂ ਦੀ ਬਾਣੀ ਕਹਿੰਦੀ ਇਹ ਉਹਨਾਂ ਦੇ ਮਨ ਦੇ ਵਲਵਲੇ ਤਾਂ ਹੋ ਸਕਦੇ ਨੇ, ਪਰ ਗੁਰੂ ਦਾ ਚਾਅ ਨਹੀਂ। ਅੱਜ ਬਹੁਤ ਕੁਛ ਹੁੰਦਾ ਹੈ ਜੀ, ਅਸੀਂ ਕਹਿ ਦਿੰਦੇ ਹਾਂ ਪਰਿਵਾਰ ਨਹੀਂ ਮੰਨਦਾ, ਸਮਾਜ ਨਹੀਂ ਮੰਨਦਾ। ਜੇ ਤੁਸੀਂ ਪਰਿਵਾਰ ਦੀ, ਸਮਾਜ ਦੀ ਗੱਲ ਗੁਰੂ ਘਰ 'ਚ ਮਨਾਉਣੀ ਚਾਹੋ, ਇਹ ਤਾਂ ਫਿਰ ਮਨ ਮੱਤ ਹੋ ਗਈ ਨਾ, ਇਹ ਗੁਰਮਤ ਨਹੀਂ ਨਾ ਹੋਈ। ਗੁਰੂ ਦੀ ਮੱਤ ਕੀ ਕਹਿੰਦੀ ਹੈ? ਗੁਰੂ ਦੀ ਮੱਤ ਅੱਗੇ ਸਾਨੂੰ ਬਖਸ਼ਿਸ਼ ਕਰਦੇ ਨੇ, ਕਹਿਣਗੇ ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਲਈ ਅਦਬ ਡਰ ਪੈਦਾ ਹੋ ਗਿਆ, ਉਹਨਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਲਈ ਪਿਆਰ ਪੈਦਾ ਹੋ ਜਾਂਦਾ ਹੈ। ਨੱਚਣ ਕੁੱਦਣ 'ਤੇ ਮੈਨੂੰ ਇੱਕ ਘਟਨਾ ਯਾਦ ਆ ਗਈ, ਕਹਿ ਕੇ ਤੁਹਾਡੇ ਨਾਲ ਅੱਗੇ ਚੱਲਦਾ। ਇੱਕ ਵਾਰ ਇੱਕ ਫਕੀਰ ਰਸਤੇ ਦੇ ਵਿੱਚ ਜਾ ਰਿਹਾ ਸੀ। ਕੀ ਦੇਖਦਾ ਹੈ ਕਿ ਬੜੀ ਭੀੜ ਲੱਗੀ ਹੋਈ ਹੈ, ਬੜਾ ਹਜੂਮ ਇਕੱਠਾ ਹੋਇਆ ਪਿਆ ਹੈ, ਗੋਲਕ ਧਾਰਾ ਬਣਿਆ ਹੋਇਆ, ਲੋਕ ਆਲੇ ਦੁਆਲੇ ਇਕੱਠੇ ਨੇ। ਤੇ ਉਸ ਗੋਲਕ ਧਾਰੇ ਦੇ ਵਿੱਚ ਇੱਕ ਔਰਤ, ਇੱਕ ਨਚਾਰ ਬੀਬੀ ਜਿਹੜੀ ਉਹ ਨੱਚਦੀ ਪਈ ਹੈ। ਲਾਗੇ ਉਹਦੇ ਸਾਜੀ ਬੈਠੇ ਹੋਏ ਨੇ, ਉਹ ਸਾਜ਼ ਵਜਾਉਂਦੇ ਨੇ। ਉਸ ਬੀਬੀ ਨੇ ਪੈਰਾਂ ਦੇ ਵਿੱਚ ਘੁੰਗਰੂ ਬੱਧੇ ਨੇ, ਹੱਥਾਂ ਦੇ ਨਾਲ ਘੁੰਗਰੂ ਬੱਧੇ ਹੋਏ ਨੇ, ਕਈ ਤਰ੍ਹਾਂ ਦੇ ਹਾਵ ਭਾਵ ਕਰਕੇ ਜਿਹੜੀ ਉਹ ਨੱਚਦੀ ਪਈ ਹੈ। ਲਾਗੇ ਤਬਲੇ ਵਾਲਾ ਜਿਹੜਾ ਹੈ, ਮਿਰਦੰਗ ਵਾਲਾ, ਉਹ ਮਿਰਦੰਗ ਵਜਾਉਂਦਾ, ਤਬਲੇ ਵਾਲਾ ਤਬਲਾ ਵਜਾ ਕੇ ਕਈ ਤਾਲਾਂ ਦੇ ਉੱਤੇ ਬੀਬੀ ਨੱਚਦੀ ਪਈ ਹੈ। ਜਦੋਂ ਫਕੀਰ ਲਾਗੋਂ ਨਿਕਲਣ ਲੱਗਾ, ਉਹਨੇ ਮਨ 'ਚ ਸੋਚਿਆ ਮੈਂ ਵੇਖਾਂ ਇੰਨੀ ਭੀੜ ਕਾਹਦੇ ਲਈ ਇਕੱਠੀ ਹੋਈ ਹੈ। ਜਿਸ ਵੇਲੇ ਫਕੀਰ ਨੇ ਉਸ ਭੀੜ ਨੂੰ ਚੀਰ ਕੇ ਥੋੜ੍ਹਾ ਜਿਹਾ ਗਾਂਹ ਜਾਣ ਦਾ ਯਤਨ ਕੀਤਾ, ਕੀ ਵੇਖਦਾ ਹੈ ਕਿ ਇੱਕ ਨੌਜਵਾਨ ਬੱਚੀ ਜਿਹੜੀ ਹੈ ਉਹ ਨੱਚਦੀ ਪਈ ਸੀ, ਤੇ ਉਹਦੇ ਸਾਜੀ ਜਿਹੜੇ ਨੇ ਸਾਜ਼ ਵਜਾ ਰਹੇ ਨੇ। ਬਾਬੇ ਨੇ ਸਿਰ ਮਾਰਿਆ, ਕੰਨਾਂ ਨੂੰ ਹੱਥ ਲਾਇਆ, ਕਿਹੋ ਜਿਹਾ ਸਮਾਂ ਆ ਗਿਆ। ਭੀੜ ਦੇ ਵਿੱਚੋਂ ਬਾਹਰ ਆਇਆ
ਤੇ ਜਿਹੜੇ ਨੌਜਵਾਨ ਨਾਚ ਵੇਖਣ ਆਏ ਸਨ ਕਿਸੇ ਨੇ ਟੀਚਰ ਕਰ ਦਿੱਤੀ ਬਾਬੇ ਨੂੰ। ਕਹਿਣ ਲੱਗੇ ਬਾਬਾ ਕਿੱਥੇ ਜਾਂਦਾ ਪਿਆ ਏ, ਆ ਵੇਖ ਨਾਰ ਕਿੱਡਾ ਸੋਹਣਾ ਨੱਚਦੀ ਪਈ ਹੈ, ਇਹਦੇ ਹਾਵ ਭਾਵ ਵੇਖ, ਆ ਵੇਖ ਕਿੰਨਾ ਫੇਰੀਆਂ ਪਾਉਂਦੀ ਪਈ ਹੈ, ਕਿੱਦਾਂ ਲੇਟ ਲੇਟ ਕੇ ਆਉਂਦੀ ਹੈ। ਤੇ ਉਸ ਬਾਬੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ। ਕਹਿਣ ਲੱਗੇ ਇਹ ਫੇਰੀਆਂ ਨਹੀਂ, ਇਹ ਤੁਹਾਨੂੰ ਲਾਹਨਤਾਂ ਪਾਉਂਦੀ ਪਈ ਹੈ। ਮੈਂ ਇੱਕ ਵਾਰ ਸਾਹਮਣੇ ਵੇਖ ਕੇ ਲਾਹਨਤਾਂ ਖਾ ਕੇ ਆ ਗਿਆ, ਮੇਰੇ ਕੋ ਇੰਨੀਆਂ ਮੂੰਹ ਤੇ ਚਪੇੜਾਂ ਨਹੀਂ ਖਾਧੀਆਂ ਜਾਂਦੀਆਂ, ਜੇ ਤੁਸੀਂ ਲਾਹਨਤਾਂ ਪਵਾਉਣੀਆਂ ਤੇ ਖਲੋ ਕੇ ਵੇਖੀ ਜਾਓ। ਉਹ ਕਹਿਣ ਲੱਗੇ ਲਾਹਨਤਾਂ ਕਾਹਦੀਆਂ। ਉੱਥੇ ਫਿਰ ਉਹਨੇ ਇੱਕ ਕਵਿਤ ਕਿਹਾ ਜੀ, ਬੜੀ ਸੋਹਣੀ ਗੱਲ ਉਸ ਫਕੀਰ ਨੇ ਜਿਹੜੇ ਸੀ ਉਹਨਾਂ ਨੌਜਵਾਨਾਂ ਨੂੰ ਜਾਂ ਉਸ ਮੇਲੇ ਵਿੱਚ ਇਕੱਠੇ ਹੋਏ ਹਜੂਮ ਨੂੰ ਦਿੱਤੀ। ਕਹਿਣ ਲੱਗੇ ਮਨੁੱਖ ਕਰਦਾ ਕੀ ਹੈ, ਮੈਂ ਇੱਕ ਬਿੱਤ ਪੜ੍ਹ ਦੇਣਾ। ਕਹਿਣ ਲੱਗੇ ਸ਼ੁਭ ਕਾਜ ਕੁਛੋੜ ਅਕਾਜ ਕਰੈ, ਕਛ ਲਾਜ ਨ ਆਵਤ ਹੈ ਇਨਕੋ, ਇੱਕ ਲਾਂਡ ਬੁਲਾਏ ਨਚਾਵਤ ਹੈ, ਘਰ ਕੋ ਤਮ ਧਾਮ ਲੁਟਾਵਨ ਕਹੋ। ਕਹਿ ਲਗੇ ਮੇਰ ਧੰਗ ਤਿਨੇ ਧ੍ਰਿਕ ਧ੍ਰਿਗ ਕਹੈ, ਸੁਲਤਾਨ ਕਹੈ ਕਿਨਕੋ ਕਿਨਕੋ, ਬਾਹਾਂ ਉਲਾਰ ਕੇ ਨਾਰ ਕਹੈ ਇਨਕੋ ਇਨਕੋ ਇਨਕੋ। ਇਹਦੇ ਮੈਂ ਥੋੜੇ ਜਿਹੇ ਅਰਥ ਕਰ ਦੇਣਾ। ਉੱਥੇ ਉਹ ਬਜ਼ੁਰਗ ਨੇ ਉਸ ਫਕੀਰ ਨੇ ਕਿਹਾ, ਕਹਿਣ ਲੱਗੇ ਸ਼ੁਭ ਕਾਜ ਕੁਛੋੜ ਅਕਾਜ ਕਰੈ, ਇਹਦਾ ਅਰਥ ਚੰਗੇ ਕੰਮ ਛੱਡ ਕੇ ਕਿਹੜੇ ਪਾਸੇ ਨੂੰ ਅੱਜ ਸਾਡਾ ਸਮਾਜ ਹੋ ਗਿਆ। ਸ਼ੁਭ ਕਾਜ ਕੁਛੋੜ ਅਕਾਜ ਕਰੈ, ਕਛ ਨਾ ਲਾਜ ਨਾ ਆਵਤ ਹੈ ਇਨਕੋ, ਲਾਜ ਕਹਿੰਦੇ ਨੇ ਸ਼ਰਮ ਨੂੰ, ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ। ਕਿੱਥੇ ਚੰਗੇ ਕੰਮ ਕਰਨੇ ਸਨ, ਰੱਬ ਦੀ ਬੰਦਗੀ ਕਰਨੀ ਸੀ, ਭਾਰ ਜਵਾਨੀ ਜਿਹੜੀ ਸੀ ਚੰਗੇ ਪਾਸੇ ਲਾਉਣੀ ਸੀ, ਉਸੇ ਜਵਾਨੀ ਨੂੰ ਤੁਸੀਂ ਜਿਹੜਾ ਹੈ ਉਹ ਵਸ਼ਈ ਪੁਣੇ ਦੇ ਵਿੱਚ, ਜਿਹੜਾ ਇਜਾਸ਼ ਪੁਣੇ ਦੇ ਵਿੱਚ ਗਵਾ ਰਹੇ ਜੋ। ਸ਼ੁਭ ਕਾਜ ਕੁਛਾੜ ਅਕਾਜ ਕਰੈ, ਕਛ ਲਾਜ ਨਾ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ। ਕਹਿੰਦੇ ਇੱਕ ਰਾਂਡ ਨੂੰ, ਇੱਕ ਔਰਤ ਨੂੰ ਬੁਲਾਇਆ, ਉਹਨੂੰ ਬੁਲਾ ਕੇ ਨਚਾਉਂਦੇ ਪਏ ਜੇ, ਘਰ ਕੋ ਧਮ ਧਾਮ ਲੁਟਾਵਨ ਕੋ, ਇਹਦੇ ਤੋਂ ਤੁਸੀਂ ਆਪਣੇ ਘਰ ਦੇ ਧਨ ਦੌਲਤ ਉਲਾਉਂਦੇ ਪਏ ਜੇ। ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ ਕਿ ਮਿਰਦੰਗ ਤਿਨੈ ਧ੍ਰਿਗ ਧ੍ਰਿਗ ਕਹੇ, ਮਿਰਦੰਗ ਕਹਿੰਦੇ ਨੇ ਉਸ ਸਾਜ਼ ਨੂੰ ਜਿੱਥੇ ਉਹ ਬੀਬੀ ਨੱਚਦੀ ਪਈ ਸੀ। ਕਹਿਣ ਲੱਗੇ ਜਿਹੜਾ ਇਹ ਮਿਰਦੰਗ ਵੱਜਦਾ ਹੈ ਨਾ, ਇਹ ਤੁਹਾਨੂੰ ਫਟਕਾਰਾਂ ਪਾ ਰਿਹਾ। ਕਹਿੰਦਾ ਮੈਂ ਤੇ ਫਸਿਆ ਫਸਿਆ, ਉਹ ਵੇਖਣ ਵਾਲਿਓ ਲਾਹਨਤ ਹੈ ਲਾਹਨਤ ਹੈ। ਸੁਲਤਾਨ ਕਹੇ ਕਿਨਕੋ ਕਿਨਕੋ, ਸੁਲਤਾਨ ਕਹਿੰਦੇ ਨੇ ਘੁੰਗਰੂਆਂ ਨੂੰ, ਘੁੰਗਰੂ ਪੁੱਛਦੇ ਪਏ ਨੇ ਕਿਹਨੂੰ ਲਾਹਨਤਾਂ ਪਾਉਂਦਾ ਪਿਆ ਏ। ਕਹਿਣ ਲੱਗੇ ਜਿਹੜੀ ਨੱਚਣ ਵਾਲੀ ਬੀਬੀ ਬਾਂਹ ਹਿਲਾ ਲਾ ਕੇ ਕਹਿੰਦੀ ਸੀ, ਬਾਹਾਂ ਉਲਾਰ ਕੇ ਨਾਰ ਕਹੇ ਇਨਕੋ ਇਨਕੋ ਇਨਕੋ, ਇਹਨਾਂ ਲੋਕਾਂ ਦੇ ਉੱਤੇ ਲਾਹਨਤ ਹੈ। ਮੈਂ ਤਾਂ ਪੇਟ ਦੀ ਖਾਤਰ ਨੱਚਦੀ ਪਈ ਹਾਂ, ਜਿਹੜੇ ਵਾਸ਼ਨਾ ਦੀ ਖਾਤਰ ਮੈਨੂੰ ਵੇਖਣ ਆ ਗਏ, ਇਹੋ ਜਿਹੀ ਜਵਾਨੀ ਦੇ ਉੱਤੇ ਲਾਹਨਤ ਹੈ। ਅੱਜ ਸਾਡਾ ਸਮਾਨ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਸਰਮਾਏਦਾਰ ਨਹੀਂ। ਅੱਜ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਡਾਂਸਰਾਂ ਸਾਡੇ ਵਿਆਹਾਂ ਸ਼ਾਦੀਆਂ 'ਤੇ ਲੱਗਦੀਆਂ ਨਹੀਂ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਸਾਡੇ ਸਮਾਜ ਦੇ ਵਿੱਚ ਕਬੱਡੀ ਹੋ ਜੇ, ਫੁੱਟਬਾਲ ਹੋ ਜੇ, ਕੋਈ ਇਹੋ ਜਿਹੇ ਫੰਕਸ਼ਨ ਹੋ ਜਾਣ, ਉੱਥੇ ਵੀ ਨਾਚੀਆਂ ਬੁਲਾ ਕੇ ਨਚਾਈਆਂ ਜਾਂਦੀਆਂ ਨੇ। ਕਿੱਥੇ ਸਾਡਾ ਇਤਿਹਾਸ ਚਲਾ ਗਿਆ, ਕਿੱਥੇ ਕਲਚਰ ਚਲਾ ਗਿਆ। ਅਸੀਂ ਕਿਸੇ ਰਾਗੀ ਦੇ, ਕਿਸੇ ਪ੍ਰਚਾਰਕ ਦੇ ਬੱਚਾ ਭਾਵੇਂ ਪੜ੍ਹਾਈ ਤੋਂ ਰਹਿ ਜਾਵੇ, ਉਹ ਸਾਨੂੰ ਮਨਜ਼ੂਰ ਨਹੀਂ, ਪਰ ਡਾਂਸਰਾਂ ਦੇ ਉੱਤੇ, ਇਹਨਾਂ ਨਚਾਰਾਂ ਦੇ ਉੱਤੇ ਪੈਸੇ ਸੁੱਟਣੇ ਸਾਨੂੰ ਮਨਜ਼ੂਰ। ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਰੋਟੀ ਕਮਾਉਣ ਦੀ, ਪਰ ਸਾਡੀ ਕਾਹਦੀ ਮਜਬੂਰੀ ਹੋਈ। ਅੱਜ ਤੱਕ ਕਦੀ ਕਿਸੇ ਰਾਗੀ ਢਾਡੀ ਨੂੰ ਨਹੀਂ ਤੁਸੀਂ ਵੇਖਿਆ ਹੋਵੇਗਾ ਕਿਸੇ ਨੇ 5-7 ਲੱਖ ਰੁਪਈਆ ਇੱਕ ਪ੍ਰੋਗਰਾਮ ਦਾ ਦਿੱਤਾ ਹੋਵੇ। 10-20 ਹਜ਼ਾਰ ਦਿੱਤਾ ਜਾਂਦਾ, ਕੋਈ ਨਾਮਵਾਰ ਹੈ 51,000 ਰੁਪਈਆ ਲੈ ਜਾਏਗਾ, ਇਹ ਤੋਂ ਵੱਧ ਕੋਈ ਗੱਲ ਨਹੀਂ। ਤੇ ਕਲਾਕਾਰਾਂ ਦੀਆਂ ਤੇ ਗੱਲਾਂ ਹੀ ਹੁਣ ਲੱਖਾਂ ਤੋਂ ਟੱਪ ਗਈਆਂ ਨੇ ਨਾ, ਕਿੰਨੇ ਕਿੰਨੇ ਲੱਖ ਖੜਦੇ ਨੇ ਕਾਹਦੇ ਵਾਸਤੇ? ਕੇਵਲ ਤੇ ਕੇਵਲ ਸਾਡੇ ਸਮਾਜ ਨੂੰ ਨਚਾਉਣ ਵਾਸਤੇ। ਇੱਕ ਪਿੱਛੇ ਜੇ ਰਾਗੀ ਸੀ ਸਾਡਾ, ਉਹ ਬਾਅਦ ਦੇ ਵਿੱਚ ਗਾਇਕ ਬਣ ਗਿਆ। ਉਹਨੇ ਆਪਣੀ ਹੱਡ ਬੀਤੀ ਸੁਣਾਈ। ਮੈਂ ਕਹਿ ਕੇ ਅੱਗੇ ਚੱਲਾਂ, ਨੱਚਣ ਕੁੱਦਣ ਮਨ ਕਾ ਚਾਉ ਹੈ ਕਿ ਉਹ ਕਿਸੇ ਘਰ ਦੇ ਵਿੱਚ ਕੀਰਤਨ ਕਰਨ ਗਿਆ ਤੇ ਪਰਿਵਾਰ ਵਾਲਿਆਂ ਨੇ ਉਹਨੇ ਭੇਟਾਂ ਕਰ ਲਈ ਜੀ, ਮੈਨੂੰ ਇੰਨੀ ਭੇਟਾਂ ਚਾਹੀਦੀ ਹੈ। ਜਿਸ ਵੇਲੇ ਕੀਰਤਨ ਕਰਕੇ ਉੱਠਿਆ, ਸੈਡੀ ਸੀ ਨਾਲ ਕਿਸੇ ਦੇ ਗਿਆ, ਪਰਿਵਾਰ ਵਾਲਿਆਂ ਨੇ ਪੈਸੇ ਨਾ ਦਿੱਤੇ। ਕਹਿੰਦੇ ਤੁਸੀਂ ਇੰਨੇ ਪੈਸੇ ਕੀ ਕਰਨੇ ਨੇ? ਥੋੜ੍ਹੀ ਬਹੁਤੀ ਭੇਟਾਂ ਦਿੱਤੀ। ਮਨ ਬੜਾ ਦੁਖੀ ਹੋਇਆ ਵੀ ਮੈਂ ਗੁਰੂ ਦੀ ਬਾਣੀ ਸੁਣਾਈ ਹੈ, ਮੈਨੂੰ ਮਿਲਿਆ ਕਿ ਇਹਦੇ ਇਵਜ਼ ਦੇ ਵਿੱਚ, ਇਹਦੇ ਬਦਲੇ ਦੇ ਵਿੱਚ। ਕਹਿੰਦਾ ਮੈਨੂੰ ਗਾਉਣਾ ਤੇ ਮਾੜਾ ਮੋਟਾ ਆਉਂਦਾ ਸੀ, ਮੈਂ ਗੁਰੂ ਦਾ ਬਾਣਾ ਲਾ ਕੇ ਨੱਚਰ ਪੁਣੇ ਦੇ ਵਿੱਚ ਪੈ ਗਿਆ, ਗਾਇਕੀ ਵਾਲੇ ਪਾਸੇ ਪੈ ਗਿਆ। ਕਹਿੰਦੇ ਜਿਸ ਵੇਲੇ ਗਾਇਕੀ ਦੇ ਪਾਸੇ ਵਿੱਚ ਪਿਆ, ਅੱਜ ਹੋਰ ਕੱਲ੍ਹ ਹੋਰ ਮੇਰੀ ਤਰੱਕੀ ਹੁੰਦੀ ਗਈ। ਤੇ ਸਾਡਾ ਸਮਾਜ ਇੱਦਾਂ ਹੀ ਹੈ ਨਾ, ਅਸੀਂ ਗੁਰੂ ਵਾਲੇ ਪਾਸੇ ਨਹੀਂ ਤੁਰਦੇ, ਗਲਤ ਪਾਸੇ ਭੱਜ ਕੇ ਚੱਲਦੇ ਹਾਂ। ਕਹਿੰਦਾ ਕੁਦਰਤੀ ਸੁਭਾਵਕ ਇਹੋ ਜਿਹਾ ਸਮਾਂ ਬਣਿਆ, ਜਿੰਨਾ ਘਰ ਦੇ ਵਿੱਚ ਕੁਝ ਸਾਲ ਪਹਿਲਾਂ ਕੀਰਤਨ ਕਰਨ ਗਿਆ ਸਾਂ, ਉਹਨਾਂ ਘਰ ਦੇ ਵਿੱਚੋਂ ਹੀ ਮੈਨੂੰ ਗਾਉਣ ਦਾ ਪ੍ਰੋਗਰਾਮ ਆ ਗਿਆ। ਕਹਿੰਦਾ ਜਿਸ ਵੇਲੇ ਗਾਉਣ ਦਾ ਪ੍ਰੋਗਰਾਮ ਆਇਆ, ਮੈਂ ਮੂੰਹ ਮੰਗ ਕੇ ਲੱਖਾਂ ਦੇ ਹਿਸਾਬ ਨਾਲ ਪੈਸੇ ਮੰਗੇ, ਉਹਨਾਂ ਨੇ ਸਾਰੇ ਦੇ ਦਿੱਤੇ। ਕਲਾਕਾਰ ਜਿੰਦਾ ਹੈ ਅਜੇ। ਕਹਿੰਦਾ ਮੈਂ ਮੂੰਹ ਮੰਗੇ ਪੈਸੇ ਦੇ ਦਿੱਤੇ, ਉਹਨਾਂ ਦੇ ਦਿੱਤੇ। ਕਹਿੰਦਾ ਜਿਸ ਵੇਲੇ ਮੈਂ ਨੱਚ ਟੱਪ ਕੇ ਪੈਸੇ ਲੈਣ ਲੱਗਾ, ਉਹ ਬਜ਼ੁਰਗ ਮੈਨੂੰ ਮਿਲ ਪਿਆ।
तो बजुर्ग मैनू कहता लै पुत्रा अज स्वाद लिया तो आ फड़ पैसे। कहता मैं आख्या बाबा पछाणिया? कहता नहीं। कहता कौन? कहता मैं उही रागी हाँ ਜਿਹੜਾ ਛੋਟੇ ਹੁੰਦਿਆਂ बचपन ਦੇ ਵਿੱਚ तेरे कोल आया सा, चंद रुपये नहीं सी तेरे को भेटा निकले, अज सच्चाई है तेरिया धीआं नचाइयां, भैणां नचाइयां, नौहां नचाइयां, सारा कुछ नचा के तू इन्ने मैनू पैसे दे रहा, लानत है तेरी इहो जी सरदारी दे उत्ते। अज साडे समाज का पक्ष है, एक कौड़ा लगेगा। मैं हजूरी च बैठा, बड़े शब्द बड़े संकोचवे ने। एक रागी नूं, एक प्रचारक नूं, एक ग्रंथी नूं असीं माया बहुती तो नहीं दे सकते, पर ਜਿਹੜੀਆਂ स्टेजां ਦੇ ਉੱਤੇ ਸਾਡੀਆਂ ਧੀਆਂ ਨੱਚਦੀਆਂ ਨੇ। मैं परसों भी कहा सी, राह जांदी साडी धी नूं कोई अख भी चुक के गल करे, असीं बंदे नूं मारन तक जाने आ। एक कलाकार आउंदा साडीਆਂ भैणां दीयां बाहां फड़ फड़ के, धीआं नौहां दीयां बाहां फड़ फड़ के नचाउंदा है, उन्हां तो असीं लखां रुपये ਜਿਹੜੇ वारदे पए आ। उत्थे ਜਿਹੜਾ कबित उन्हें क्या वो फकीर ने उन्हें अखीर करा दी, कह लगा ये तुसी किहड़े काम दे विच पै गए। कहंदे जिहड़ी नचार नूं, जिहड़ी औरत नूं नच्चण वास्ते सद्दिया, वो मूँहों मूँह कह रही है मैं तो पैसों वास्ते मजबूरी नूं नच्चण वास्ते चार छिल्लरां दे करके आ गई, लानत है तुहाडे इहो जिहे ते जिहड़े तुसी मैनूं वेखण वास्ते कहण लगे बाहां उलार के नार कहें। की कहिंदी है? कहण लगे इनको 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 लाखां लानतां इन्हां लोकां दे जिहड़े मैनूं वेखण वास्ते आउंदे ने। याद रखियो ये गुरु घर का कल्चर नहीं, ये साडा कल्चर नहीं, ये सरदारां दा कल्चर नहीं। कोई समा हुंदा सी बाप दे सामने ना पुत अख चुक के गल करदा सी, ना धी अख चुक के गल करदी सी। माँ दी सिर दी चुन्नी ते बाप दी जिहड़ी पग सी, ये घर दी इज्जत सांभी जांदी मन्नी जांदी सी। अज पुत भी पग रोलदा पिया है, अज धी भी पग रोलदी पई है। ये दुखांत है साडा कल्चर दे नां दे उत्ते, पश्चिमी सभ्यता दे नां दे उत्ते बाप मजबूर हो जाते हैं। मैं बड़े थां घर इहो जे वेखे जी, जो साडियां धीआं भैणां, चलो हुण सामने तुसीं बैठे, जो कपड़े पाए जाते ना फॉरन कंट्रियां वाले, बाप मजबूर हो जाते हैं। कहिंदे हुण की कह सकते हैं बच्चों नूं, पता नहीं किन्ना समाज साडा गांह लंघ गया केवल तो केवल मन परचावे करके इन्ने शब्द वरत के कहिंदे जी ये सारा कुछ चलदा है, पर बाणी इनू प्रवान नहीं करती। मैं एक भजन पढ़ देना गुरु ग्रंथ साहिब का, चलो कपड़े का कॉन्सैप्ट चले। बाणी कहती है जी वाऊ संदे कपड़े पहरे गर्भ गवार, मूर्ख गवार। कहते जोड़े मूर्ख लोग गवार खोतियां कहते हैं, कहते जोड़े खोते ने, वाऊ का अर्थ है वाह वांगू हवा के वांग बरीक कपड़े पाए जाते हैं। अज निजी जिंदगी झाती मार लो, साडे तन के कपड़े किहो जे ने। ये साडा कल्चर नहीं सी। कभी मैं जितों गल शुरू की बाप के सामने धी अख नहीं सी चुकती, पुत अख नहीं सी चुकता, अज धी भी कहती है तू कौन होना, पुत भी कहता तू कौन होना। बाप सारी उम्र की कमाई करके बजुर्गी जिस समय उन्होंने असी सुख देना सी, मत्थे दे हथ रख के अंदरों अंदर घुट गावां दे भर के सारी उम्र रो जाता है। काहदे करके जिहड़ी धी नूं जन्म ते लड्डू वंडे सन, जिहड़े पुत दे जन्म ते लड्डू वंडे सन, सारी उम्र का उन्हें दुख गल दे विच पा दिता अपनी अजाशी के कारण। अज साडे समाज की वो तस्वीर है जिहड़े बाप नहीं साझी कर सकते। असी पढ़िए असी लिखीए, पर इन्ने क पाखे नूं ना चले जाइए कि जिहड़ियां धीआं जिहड़े पुत ठीक है जिन्हां दा कल्चर है, जिन्हां दा असी कल्चर अडॉप्ट करते हैं ना, वो बच्चे 18 साल तो बाद कह देंगे तू अपना कमा ते अपना खा। इत्थे तो बच्चा 50 सालां दा हो जाए, माँ बाप तां भी मरदा रहिंदा कि मेरी धी नूं मेरे पुत नूं कोई तत्ती वाह ना लगे। इत्थे मैनूं एक गल याद आ गई, चलो मैं थोड़ा जिहा इमोशनल हो गया। एक विद्वान ने बड़ी सोहनी गल कही, कहण लगे पुत सारी उम्र लानतां ही कमाउंदा है। कहता जो छोटा सी तो माँ के कपड़े भेई रखता सी, हुण तो चलो वो डैपर जे आ गए ना, तो उदों पोतड़े बंधे होंदे सन, सारी रात भी बाथरूम करना दिने भी करना, माँ के कपड़े भिजे रहने। कहते जो तू छोटा सा माँ के कपड़े भेई रखता सा, इन्ना क ज़्यादा जिंदगी दे विच तू जीवन तो म्यार तो डिग पिया। जो तू जवान होया, माँ बुढ़ी होई, माँ दियां हुण अखां सिजल करी रखदा है। ना तू उदों माँ नूं सुका सकिया, ना तू हुण माँ नूं सुका सकिया। याद रखियो ये साडा कल्चर नहीं, ये साडा पक्ष नहीं जिहदे वल नूं असीं तुरे जा रहे हैं। सतगुरु गुरु नानक साहब महाराज जी इत्थे कह रहे हैं नच्चन कुद्दन मन का चाओ। कहंदे ये मन का चाअ है, ये मतां गल च ये भुलेखा मन च रखिए कि ये साडे घर का कल्चर होवेगा, साडी रौह रीत, ये बिल्कुल रौह रीत नहीं हैगी। मैं बहुत संकोच में कई बारी शब्द वरतदा हुन्ना। अज साडे कोल की खाधा जांदा, की पाया जा रहा, की साडा समाज सानूं दे रहा। सतगुरु कह लगे नच्चन कुद्दन मन का चाओ, भलिया ये मन का चाअ है। हाँ जिहड़ा परिवार कोई रब दे नाल जुड़िया ना, कह लगे नानक जिन मन भाओ, जिन्हां दे अंदर रब दा डर है, जिस घर दे विच बाबे दी बाणी पढ़ी जाती है,
ਜਿਹੜੀ ਧੀ ਬਾਬੇ ਦੀ ਬਾਣੀ ਪੜ੍ਹਦੀ ਹੈ, ਜਿਹੜਾ ਪੁੱਤ ਬਾਬੇ ਦੀ ਬਾਣੀ ਪੜ੍ਹਦਾ, ਮੈਂ ਕੱਲੀਆਂ ਧੀਆਂ ਨੂੰ ਟਾਰਗੇਟ ਨਹੀਂ ਕਰਦਾ, ਅੱਜ ਪੁੱਤ ਵੀ ਬਰਾਬਰ ਦੇ ਹੀ ਉਨੇ ਹੱਕਦਾਰ ਨੇ। ਜੇ ਇੱਕ ਧੀ ਦੀ ਜ਼ਿੰਮੇਵਾਰੀ, ਇੱਕ ਪੁੱਤ ਦੀ ਜ਼ਿੰਮੇਵਾਰੀ, ਸਤਿਗੁਰੂ ਕਹਿ ਲਗੇ ਨਾਨਕ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ, ਉਹਦੇ ਸਿਮਰਨ ਦੇ ਨਾਲ ਜੁੜ ਗਏ, ਨਾਨਕ ਜਿਨ ਮਨ ਭਾਓ, ਜਿਨ੍ਹਾਂ ਦੇ ਮਨ 'ਚ ਅਦਬ ਡਰ ਪੈਦਾ ਹੋ ਗਿਆ, ਤਿੰਨਾ ਮਨ ਭਾਓ, ਉਹਨਾਂ ਦੇ ਮਨ ਦੇ ਵਿੱਚ ਹੀ ਪਰਮਾਤਮਾ ਦੇ ਲਈ ਪ੍ਰੇਮ ਪੈਦਾ ਹੁੰਦਾ ਹੈ। ਜਦੋਂ ਰੱਬ ਦੇ ਲਈ ਪ੍ਰੇਮ ਪੈਦਾ ਹੋ ਗਿਆ, ਅੱਗੇ ਫਿਰ ਗੁਰੂ ਨਾਨਕ ਸਾਹਿਬ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਪੌੜੀ ਕਹਿਣਗੇ ਨਾਉ ਤੇਰਾ ਨਿਰੰਕਾਰ ਹੈ। ਕਹਿਣਗੇ ਜਦੋਂ ਮਨ 'ਚ ਚਾਹ ਪੈਦਾ ਹੋਇਆ, ਪ੍ਰੇਮ ਪੈਦਾ ਹੋਇਆ ਨਾ, ਫਿਰ ਉਹਨੇ ਨਾਮ ਜਪਿਆ, ਤੇ ਜਿਹੜਾ ਨਾਮ ਸੀ ਉਹ ਨਿਰਾਕਾਰ ਸੀ। ਇਹਦੇ ਅਰਥ ਮੈਂ ਕੀਤੇ ਸਨ ਜਿਹਦਾ ਸਕੈਚ ਨਾ ਬਣਾਇਆ ਜਾ ਸਕਦਾ ਹੋਵੇ। ਅੱਜ ਬਹੁਤ ਸਾਰਾ ਜੋ ਵੀ ਅਸੀਂ ਦੇਖ ਰਹੇ ਹਾਂ ਨਾ, ਨੰਗੀ ਅੱਖ ਦੇ ਨਾਲ ਇਹਨਾਂ ਦਾ ਆਕਾਰ ਬਣਾ ਦਿੱਤਾ ਜਾਂਦਾ ਹੈ, ਸ਼ੇਪ ਬਣਾ ਦਿੱਤੀ ਜਾਵੇਗੀ, ਪਰ ਪਰਮਾਤਮਾ ਨਿਰੰਕਾਰ ਹੈ, ਉਹਦੀ ਸ਼ੇਪ ਨਹੀਂ ਬਣਾਈ ਜਾ ਸਕਦੀ, ਉਹਦਾ ਚੱਕਰ ਚੇਨ ਨਹੀਂ, ਨਾ ਹੀ ਉਹਦੇ ਨਾਮ ਦਾ ਚੱਕਰ ਚੇਨ ਬਣਾਇਆ ਜਾ ਸਕਦਾ ਹੈ। ਚਲੋ ਤੁਸੀਂ ਡਰਾਇੰਗ ਕਰੋਗੇ ਤੇ ਕੋਈ ਸ਼ਬਦ ਹੈ ਵਾਹਿਗੁਰੂ, ਵਾਵਾ, ਹਾਹਾ, ਗੱਗਾ ਤੇ ਰਾਰਾ, ਮਾਤਰਾ ਕੱਢ ਕੇ ਇਹਨਾਂ ਨੂੰ ਵੱਖੋ ਵੱਖ ਡਿਜ਼ਾਈਨ ਦੇ ਨਾਲ ਡਿਜ਼ਾਈਨ ਕਰ ਦਿਓਗੇ ਡਰਾਇੰਗ ਦੇ ਉੱਤੇ, ਪਰ ਉਸ ਸ਼ਕਤੀ ਨੂੰ ਕੌਣ ਡਰਾਇੰਗ ਕਰੇਗਾ ਜਿਹਦੇ ਇਹਦੇ ਮਗਰ ਕੰਮ ਕਰਦੀ ਪਈ ਹੈ। ਸਤਿਗੁਰੂ ਕਹਿ ਲਗੇ ਨਾਉ ਤੇਰਾ ਨਿਰੰਕਾਰ ਹੈ। ਹੇ ਪ੍ਰਮਾਤਮਾ ਤੇਰਾ ਨਾਮ ਨਿਰਾਕਾਰ ਹੈ, ਕੋਈ ਉਹਦਾ ਆਕਾਰ ਨਹੀਂ, ਪਰ ਜਿਹੜਾ ਇਹਨੂੰ ਜਪ ਲੈਂਦਾ ਹੈ, ਕਹਿ ਲਗੇ ਨਾਏ ਲਿਆ ਨਰਕ ਨਾ ਜਾਈਏ, ਕਹਿੰਦੇ ਉਹ ਫਿਰ ਨਰਕਾਂ ਨੂੰ ਨਹੀਂ ਜਾਂਦਾ। ਇਹਨੂੰ ਥੋੜ੍ਹਾ ਜਿਹਾ ਸਮਝ ਲਓ ਕਿ ਨਾਮ ਨਿਰਾਕਾਰ ਹੈ, ਮਨੁੱਖ ਫਿਰ ਨਰਕਾਂ ਤੋਂ ਕਿਵੇਂ ਬਚਦਾ ਹੈ। ਦੋ ਚੀਜ਼ਾਂ ਨੇ ਜੀ, ਇੱਕ ਅਸਥੂਲ ਹੈ, ਇੱਕ ਸੂਖਸ਼ਮ ਹੈ। ਅਸਥੂਲ ਕਹਿੰਦੇ ਨੇ ਜਿਹੜੀ ਚੀਜ਼ ਸਾਨੂੰ ਨਜ਼ਰ ਆਉਂਦੀ ਹੈ, ਜਿਹਦਾ ਆਪਣਾ ਵਜੂਦ ਹੈ, ਸਰੀਰ ਹੈ, ਇਹ ਇੱਥੋਂ ਪ੍ਰਾਪਤ ਹੋਇਆ, ਇਹ ਅਸਥੂਲ ਹੈ। ਹੱਥ ਪੈਰ ਸਾਨੂੰ ਨਜ਼ਰ ਆਉਂਦੇ ਨੇ, ਇਹ ਅਸਥੂਲ ਹੈ। ਅੰਦਰ ਜਿਹੜੀ ਆਤਮਾ ਕੰਮ ਕਰਦੀ ਹੈ, ਇਹ ਸੂਖਸ਼ਮ ਹੈ। ਆਤਮਾ ਕਿਸੇ ਨੂੰ ਦੇਖਦੀ ਹੈ? ਨਹੀਂ ਦੇਖਦੀ, ਇਹ ਆਤਮਾ ਨੂੰ ਨਹੀਂ ਕੋਈ ਵੇਖ ਸਕਦਾ। ਹੁਣ ਇੱਥੇ ਜਿਹੜੀ ਅਸਥੂਲ ਚੀਜ਼ ਦੀ ਜਿਹੜਾ ਇਲਾਜ ਹੈ, ਉਹਨੂੰ ਸਾਂਭਣਾ ਚੰਗਾ ਜਾਂ ਮਾੜਾ, ਉਹ ਅਸਥੂਲ ਹੀ ਕਰ ਸਕਦਾ ਹੈ। ਬੱਚਾ ਹੈ, ਉਹਨੂੰ ਮਾਂ ਸਾਂਭਦੀ ਹੈ, ਮਾਂ ਵੀ ਅਸਥੂਲ ਹੈ, ਬੱਚਾ ਵੀ ਅਸਥੂਲ ਹੈ। ਜੇ ਕੋਈ ਮਨੁੱਖ ਬਿਮਾਰ ਹੋ ਜਾਂਦਾ ਹੈ, ਉਹਦਾ ਇਲਾਜ ਵੀ ਅਸਥੂਲ ਚੀਜ਼ਾਂ ਦੇ ਨਾਲ ਹੁੰਦਾ, ਡਾਕਟਰ ਉਹਦਾ ਇਲਾਜ ਕਰ ਦਿੰਦਾ, ਅਸਥੂਲ ਨੂੰ ਅਸਥੂਲ ਸਾਂਭੇਗਾ। ਜਿਸ ਵੇਲੇ ਅਸਥੂਲ ਨਸ਼ਟ ਹੋ ਗਿਆ, ਇਹਨੂੰ ਅਗਨ ਦੇ ਨਾਲ, ਲੱਕੜਾਂ ਦੇ ਨਾਲ, ਅਸਥੂਲ ਚੀਜ਼ਾਂ ਦੇ ਨਾਲ ਜਲਾ ਦਿੱਤਾ ਜਾਵੇਗਾ। ਅਸਥੂਲ ਨੂੰ ਅਸਥੂਲ ਨੇ ਸਾਂਭ ਲਿਆ। ਹੁਣ ਚੀਜ਼ ਸੀ ਅੱਗੇ ਸੂਖਸ਼ਮ, ਆਤਮਾ ਸੂਖਸ਼ਮ ਸੀ, ਪਰਮਾਤਮਾ ਦਾ ਨਾਮ ਵੀ ਸੂਖਸ਼ਮ ਹੈ। ਤੇ ਯਾਦ ਰੱਖਿਓ ਨਰਕ ਵੀ ਸੂਖਸ਼ਮ ਨੇ, ਨਾ ਨਰਕ ਕਿਸੇ ਨੇ ਵੇਖੇ ਨੇ, ਨਾ ਆਤਮਾ ਕਿਸੇ ਨੇ ਵੇਖੀ ਹੈ, ਨਾ ਪਰਮਾਤਮਾ ਨੂੰ ਕਿਸੇ ਨੇ ਵੇਖਿਆ ਹੋਇਆ। ਇਹ ਸਾਰਾ ਕਨਸੈਪਟ ਇੱਦਾਂ ਹੀ ਹੈ ਨਾ। ਜੇ ਸਾਰੀ ਉਮਰ ਇਸ ਜੀਵਨ ਦੇ ਵਿੱਚ ਸ਼ੁਭ ਕਰਮ ਕੀਤੇ, ਇਸ ਦੇਹੀ ਦੇ ਵਿੱਚ ਰਹਿ ਕੇ ਇਸ ਆਤਮਾ ਨੇ ਨਾਮ ਜਪਿਆ, ਤੇ ਨਾਮ ਦੀ ਜ਼ਿਆਦੀ ਇੰਨੀ ਕੁ ਸਪੀਡ ਹੈ। ਚਲੋ ਤੁਸੀਂ ਪੜ੍ਹੇ ਲਿਖੇ ਬੈਠੇ ਜੇ, ਸਭ ਤੋਂ ਵੱਧ ਜਿਹੜੀ ਅੱਜ ਸਪੀਡ ਹੈ ਉਹ ਲਾਈਟ ਸਪੀਡ ਮੰਨੀ ਜਾਂਦੀ ਹੈ ਨਾ। ਲਾਈਟ ਸਭ ਤੋਂ ਵੱਧ ਤੇਜ਼ ਹੈ। ਲਾਈਟ ਤੋਂ ਜੇ ਕੋਈ ਜ਼ਿਆਦਾ ਤੇਜ਼, ਉਹ ਮਨ ਮੰਨਿਆ ਵਿਦਵਾਨਾਂ ਨੇ, ਮਨ ਦੀ ਲਾਈਟ ਤੋਂ ਵੀ ਜ਼ਿਆਦਾ ਤੇਜ਼ ਸਪੀਡ ਹੈ। ਬਹੁਤ ਸਾਰੇ ਤਾਰੇ, ਬਹੁਤ ਸਾਰੇ ਗ੍ਰਹਿ ਨੇ, ਮੈਂ ਪਿਛਲੇ ਦਿਨਾਂ 'ਚ ਅਰਜ਼ ਕੀਤੀ ਸੀ, ਜਿਹੜੇ ਪੈਦਾ ਹੋਏ ਹੋ ਕੇ ਨਸ਼ਟ ਹੋ ਗਏ, ਉਹਨਾਂ ਦੀ ਲਾਈਟ ਵੀ ਅਜੇ ਤੱਕ ਸਾਡੇ ਕੋਲ ਪਹੁੰਚੀ ਨਹੀਂ। ਪਤਾ ਨਹੀਂ ਕਈ ਲੱਖਾਂ ਸਾਲ ਲੱਗ ਜਾਣਗੇ ਉਸ ਲਾਈਟ ਨੂੰ ਸਾਡੇ ਤੱਕ ਪਹੁੰਚਦਿਆਂ ਹੋਇਆ। ਇਹ ਇੱਕ ਸਾਇੰਸ ਦਾ ਪੱਖ ਵੱਖਰਾ ਹੈ। ਇੱਕ ਲਾਈਟ ਤੋਂ ਜਿਹੜੀ ਜ਼ਿਆਦਾ ਸਪੀਡ ਹੈ ਉਹ ਸਾਡੇ ਮਨ ਦੀ ਹੈ। ਹੁਣ ਲਾਈਟ ਤੋਂ ਤੇਜ਼ ਜਿਹੜਾ ਮਨ ਹੈ, ਉਹਨੂੰ ਕਾਬੂ ਕਰਨ ਵਾਸਤੇ ਗੁਰੂ ਦਾ ਸ਼ਬਦ ਹੈ। ਸਤਿਗੁਰੂ ਕਹਿ ਲਗੇ ਮਨ ਇੱਦਾਂ ਕਾਬੂ ਨਹੀਂ ਆਉਣਾ। ਲਾਈਟ ਸਪੀਡ ਅੱਜ ਤੱਕ ਸਾਇੰਸ ਕੋ ਕੈਚ ਨਹੀਂ ਹੋ ਰਹੀ, ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਮਨ ਨੂੰ ਕਿੱਥੋਂ ਕੈਚ ਕਰ ਲੋਗੇ ਤੁਸੀਂ? ਜਿਸ ਦਿਨ ਲਾਈਟ ਸਪੀਡ ਨਾਲ ਕੈਚ ਹੋਈ, ਮਨ ਕੈਚ ਨਹੀਂ ਹੋਣਾ। ਉਸ ਮਨ ਨੂੰ ਕੈਚ ਕਰਨ ਵਾਸਤੇ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਨੂੰ ਜਦੋਂ ਤੁਸੀਂ ਮਨ ਦੇ ਨਾਲ ਜੋੜ ਦਿਓਗੇ, ਮਨ ਗੁਰੂ ਦਾ ਸ਼ਬਦ ਜਪਣ ਲੱਗ ਪਏਗਾ। ਜਿਹੜਾ ਮਨ ਵਿਕਾਰਾਂ ਦਾ ਭਾਗੀ ਸੀ, ਗੁਰੂ ਉਹਨੂੰ ਮੋੜ ਕੇ ਜਿਹੜਾ ਨਰਕਾਂ ਤੋਂ ਬਚਾ ਕੇ ਆਪ ਪਰਮਾਤਮਾ ਤੱਕ ਮਿਲਾ ਦੇਵੇਗਾ। ਕਹਿ ਲਗੇ ਨਾਉ ਤੇਰਾ ਨਿਰੰਕਾਰ ਹੈ, ਨਾਮ ਤੇਰਾ ਨਿਰਾਕਾਰ ਹੈ, ਇਹਦਾ ਕੋਈ ਆਕਾਰ ਨਹੀਂ, ਨਾ ਮਨ ਦਾ ਨਾ ਕੋਈ ਆਤਮਾ ਦਾ ਆਕਾਰ ਹੈ। ਨਾਉ ਤੇਰਾ ਨਿਰੰਕਾਰ ਹੈ, ਨਾਏ ਲਿਆ। ਹੇ ਪ੍ਰਭੂ ਜਿਹੜਾ ਸੂਖਸ਼ਮ ਆਤਮਾ ਹੈ, ਸੂਖਸ਼ਮ ਹੀ ਤੇਰਾ ਨਾਮ ਹੈ। ਜਿਹੜਾ ਮਨੁੱਖ ਤੇਰੇ ਨਾਮ ਨੂੰ ਜਪਦਾ ਹੈ, ਨਰਕ ਨਾ ਜਾਈਏ, ਕਹਿੰਦੇ ਉਹ ਫਿਰ ਨਰਕਾਂ ਦਾ ਭਾਗੀ ਨਹੀਂ ਬਣਦਾ। ਸਾਡੇ ਕੋਲ ਪਰਮਾਤਮਾ ਦਾ ਨਾਮ ਨਹੀਂ, ਹਰੇਕ ਚੀਜ਼ ਜਿਹੜੀ ਹੈ, ਜਿਹੜੇ ਭਾਸ਼ਾ, ਜਿਹੜੇ ਸ਼ਬਦ ਨੇ, ਉਹ ਨਿਰਾਕਾਰ ਚੱਲਦੇ ਨੇ। ਜਦੋਂ ਉਹ ਪ੍ਰਗਟ ਹੁੰਦਾ ਹੈ, ਉਦੋਂ ਮਨੁੱਖ ਡਰਦਾ ਹੈ। ਇੱਕ ਬੋਰਡ ਦੇ ਉੱਤੇ ਦੋ ਸ਼ਬਦ ਪਾ ਦਿਓ ਤੁਸੀਂ, SP DSP, ਇੱਦਾਂ ਦੇ ਕੋਈ ਅਫਸਰ ਦਾ ਨਾਂ ਪਾ ਦਿਓ, ਉਹਨੂੰ ਵੇਖੇਗਾ ਕੋਈ, ਪੜ੍ਹ ਕੇ ਲੰਘ ਜਾਏਗਾ, ਕੋਈ ਨਹੀਂ ਡਰੇਗਾ। ਪਰ ਉਸੇ ਸ਼ਬਦ ਨੂੰ ਕਮਾਉਣ ਵਾਲਾ ਕੋਈ SP DSP ਆਉਂਦਾ ਹੈ, ਉਹ ਤੋਂ ਦੁਸ਼ਮਣ ਜਿਹੜੇ ਨੇ ਜਾਂ ਉਹਦੇ ਤੋਂ ਅਪਰਾਧੀ ਡਰ ਥਰ ਥਰ ਕੇ ਕੰਬਦੇ ਨੇ। ਪ੍ਰਗਟ ਹੋ ਗਿਆ ਨਾ ਨਾਮ, ਜਿਸ ਵੇਲੇ ਪਰਮਾਤਮਾ ਦਾ ਨਾਮ ਜਪ ਜਪ ਕੇ ਕੋਈ ਅੰਦਰੋਂ ਪ੍ਰਗਟ ਕਰ ਲੈਂਦਾ ਹੈ ਨਾ, ਉਹ ਫਿਰ ਨਰਕਾਂ ਦਾ ਭਾਗੀ ਨਹੀਂ ਜੀ ਬਣਦਾ। ਅੱਜ ਸਾਡੇ ਕੋਲ ਡਿਗਰੀਆਂ ਨੇ, ਸਾਡੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ 'ਚ ਜਾਂਦੇ ਨੇ।
की दे डिग्री पढ़ के जाते ना, कोई BSc कर रहा, कोई MSc कर रहा, कोई कुछ कर रहा, कोई कुछ कर रहा, डिग्री का नाम पढ़िया जा रहा ना, ताकत नहीं आई अजे कोल। हत्थ 'च पेन है, हत्थ है, वो इंसान मौजूद है पर ताकत नहीं है। पर उससे ही शब्द का अभ्यास किया, 3-4 साल की डिग्री आई, हत्थ भी ओह सी, पेन भी ओह सी, हुण हत्थ दे विच ताकत आ गई, 2 अखर पाउंदा तो दुनिया सलाम पवाई करदी है। ताकत सी जे एक साडे दुनियावी शब्दों 'च ताकत है। बच्चा यूनीवर्सिटी दे विच 4-5 साल लावे, उहदे कोल वकील, जज, ऑफिसर की डिग्री आ जाती है। जिहड़ा रूहानीयत वाले पासे नूं टिक के परमात्मा का सिमरन करदा, उहदे कोल संत महात्मा साधु की डिग्री मिल जाती। सतगुरु कहते जपिया होया नाम फिर नाम तेरा निरंकार है, वो निराकार है, बेशक वो नज़र नहीं आता, ना ही लिया नरक ना जाइए, उन्होंने जपन वाला नरकों के विच नहीं जाता। सतगुरु कह लगे जियो पिंड सब तिसदा, जियो का अर्थ आत्मा, पिंड ये शरीर, कहते ये जी तो ये पिंड परमात्मा दिता होया, ये साडा नहीं ना। तुसीं देखो परमात्मा ने किन्नियां दातां सानूं दित्तियां ने, जिन्हां नूं खून की लोड़ पैंदी है, ਜਿਹੜੇ ਆਪਣੇ ਸਰੀਰ ਦੇ ਪਾਰਟ ਚੇਂਜ ਕਰਾਉਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਇਹਨਾਂ ਦੀਆਂ ਕੀਮਤਾਂ ਕਿੰਨੀਆਂ ਨੇ। ਚਲੋ ਇਹ ਤਾਂ ਮਹਿੰਗੀਆਂ ਗੱਲਾਂ, ਆਪਾਂ ਨਹੀਂ ਵੀ ਨਾ ਜਾਂਦੇ ਹੋਵਾਂਗੇ, ਤਕਰੀਬਨ ਡੈਂਟਲ ਕੋਲੋਂ ਸਾਰੇ ਹੀ ਜਾਂਦੇ ਨੇ, ਕੋਈ ਨਾ ਕੋਈ ਤੁਰਿਆ ਰਹਿੰਦਾ ਨਾ, ਉੱਥੇ ਤੁਸੀਂ ਜਾ ਕੇ ਵੇਖ ਲਓ, ਇੱਕ ਛੋਟੇ ਜਿਹੇ ਦੰਦ ਤੋਂ ਕੀੜਾ ਕਢਾਉਣਾ ਹੋਵੇ ਜਾਂ ਉਹਨੂੰ ਪਟਾਉਣਾ ਜਾਂ ਕੋਈ ਕੰਮ ਕਰਨਾ, ਕਿੰਨੇ ਪੈਸੇ ਨੇ। ਪਰਮਾਤਮਾ ਨੇ ਤੁਹਾਡਾ ਮੂੰਹ ਜਿਹੜਾ ਹੀਰਿਆਂ ਦੇ ਨਾਲ ਭਰਿਆ ਹੋਇਆ, ਉਹਨੂੰ ਕਦੀ ਰੁਪਈਆ ਨਹੀਂ ਅਸੀਂ ਦਿੱਤਾ। ਕਹਿਣਗੇ ਜੀਓ ਪਿੰਡ ਸਭ तिसदा, उस परमात्मा दी सारियां दातां दित्तियां होईयां ने। दातां नूं तू खा रहा है, वरत रहा है, कह लगे जो खांदा पीना है, वरतदा है, इत्थे गुरमत दा सिद्धांत है, दे जो तू खा रहा उहदा दसवंध कढ के किसी दी झोली दे विच भी पा। जिन्हों बाबा नानक दी बाणी कहती है घाल खाए किश हत्थों दे, रब ने तैनूं किरपा करके कुर्सी दित्ती है, तेरे को चंद टुकड़े घर दे विच आउंदे ने, 4 जी जिहड़े रजवी रोटी खांदे ने, जे 4 रोटियां तू रज के खाना है तो बाबा कहता अद्धी पौनी रोटी गवांढी भी दे दे, जिहड़ा भुखा बैठा पिया, किते उहदा भी पेट भर जाए, तेरा भला होवेगा। दे खाजै पहलां उहनूं वंड, अपना दसवंध कढ, दे खाजै पहलां दे फिर आप खा, दे खाजै अगे शब्द आख गवाईए। हुण मनुख की करदा, असीं दान कर दिंदे आ, इहदे च कोई शक नहीं। मैं परसों भी कहा सी साडी कौम सब तो वध लंगरां वालों ध्यान करके असीं दान पुण्य कीता जा रहा है, पर गुरुद्वारियां च स्कूलों कालजां दे विच सड़कों के उत्ते बड़ा दान किया जा रहा। नाल की हुंदा नेम प्लेट ला दी जाती है, पक्खा गुरुद्वारे चढ़ाया उत्ते नाम लिखा दिता, वाटर कूलर दिता उहदे ते नाम लिखा दिता, कोई किसी का धी भैन का विआह किया, फोटोआं खिच के बोर्ड बना के समाज ने जिहड़ा सी चौंक दे विच ला दिता। सतगुरु कहंदे ये सिख दा सिद्धांत नहीं। कहंदे जे तू किसी का भला करना है ना, आख गवाईए, सारा कुछ दे के अपने आप नूं जितावी ना, कीते होए नूं करके तू भुल जावीं। जिन्हों सियाणे कहंदे नेकी कर कुएं में डाल, तू नेकी करके इनू भुल जा, कह मैं नहीं कीता। अगली पंक्ति पढ़ लीए, अखर सौखे अर्थ सौखे हो जाने। कह लगे जे लोड़ है चंगा अपना, अपना पाठ नहीं अपना ऐड़े नूं करना लगा, चंगे का अर्थ करांगे भला। कहंदे जे तू चाहुंदा मेरा भला होवे, हुण दान पुण्य इसे करके किया जाता ना कि मेरा भला हो जाए, चलो मैं दान पुण्य करदा, परमात्मा मेरे घर तंदुरुस्ती बख्शी, मेरे बच्चों नूं तंदुरुस्ती बख्शी, इहो कारण है ना। जिहड़ा दान पुण्य इसे करके दिता जाता ना, गुरुद्वारे दिता जाता है, किसी गरीब की झोली भरी जाती, ये मगर पक्ष है, मगर सोच काम करती है कि पातशाह मेरे घर बीमारियां दा खैड़ा ना पवे, मेरे घर दे विच दलिद्र। तो ये सच्ची गल मैं प्रैक्टिकल की है जी। जे तुसी नोट सांभी जाओगे ना, वो फिर डॉक्टर वाल नूं जांदे ने, तो जे तुसी गरीब का भला कर दो, वो डॉक्टर वाले पासे नूं बंदा बचदा जांदा। ये किते निजी तजर्बा करके वेखियो। मैं सोचदा ताइयों किते गुरु रामदास महाराज जी ने दसवंध की मर्यादा शुरू की सी, सिखा तैनूं डॉक्टर कोल ना जाना पवे, क्योंकि मेरा वैद गुरु गोबिंदा, तेरा वैद ही गुरु है, तू जिहड़ा डॉक्टरां दा हिस्सा कढ़ना है वो पहलां ही गरीबां च वंड दिया कर, डॉक्टर नूं ते देना ही देना, बाद 4 दिन मंजे ते लम्मे पैना उस तो बच जाएगा। सो सतगुरु कह लगे जे लोड़ है चंगा अपना, जे तू अपना भला चाहुंदा है की करा जी, कर पुन्नो पुण्य करया कर, शुभ कर्म करया कर, भलाई दे कर्म करया कर, किसी गरीब के मूँह दे विच रोटी का टुकड़ा पा दे, नंगे नूं कपड़ा दे दे, किसी अनपढ़ नूं 4 अखर जिहड़े ने फड़ इधर उधरों करके पढ़ा दे, किसी का भला कर, कर पुन्नो। अगे शब्द नीच सदाइए जिहड़ा सब तो औखा है। अज पुण्य किया जाता है, दान किया जाता है, सब तो अगे जाके सरोपा लिया जाता है। मैं कहना ना गुरु घर दे विच 5 7 10 हज़ार रुपया दिता तो नाल ही प्रबंधकों नूं नाम लिखा दिता, जे ना ना बोलिया होवे नाम तो बाहर जाके फिर प्रबंधकों की खैर कोई नहीं, ये तो कमेटी खा गई, ये गुरु घर नूं खा गए, सारा कुछ लुट के लै गए, फिर वो वाट लगती ना विचारे प्रबंधकों की, तुसीं पुछो कुछ ना। एक 10 हज़ार पिछे असी उन्हां को कुफर तोलते हैं, इस तो चंगा सी तू भलिया अपने कोल ही रख लैंदा। ये एक साडे समाज की सच्चाई है।
ਜਿਹੜੇ ਸਟੇਜ ਸੈਕਟਰੀ ਬਣਦੇ ਨੇ ਉਹ ਵਿਚਾਰੇ ਸੂਲੀ ਤੇ ਜਾਨ ਟੰਗੀ ਹੁੰਦੀ, ਮੈਕ ਤੇ ਬੋਲਣਾ ਕੋਈ ਸੌਖਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਜੇ ਤੂੰ ਪੁੰਨ ਕਰਦਾ ਨਾ ਨੀਚ ਸਦਾਈ ਹੈ। ਇਹਦੇ ਲਈ ਬਾਣੀ ਕਹਿੰਦੀ ਹੈ, ਕਹਿਣ ਲੱਗੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ। ਸੋ ਜੇ ਤੂੰ ਕਿਸੇ ਦਾ ਭਲਾ ਕਰਦਾ ਹੈ ਕਹਿ ਨਹੀਂ ਮੈਂ ਨਹੀਂ ਕੀਤਾ, ਇਹ ਗੁਰੂ ਨਾਨਕ ਨੇ ਕੀਤਾ, ਗੁਰੂ ਨਾਨਕ ਨੂੰ ਵਡਿਆਈ ਦੇ। ਜੇ ਤੇਰੇ ਹੱਥੋਂ ਕਿਸੇ ਦਾ ਫਾਇਦਾ ਹੁੰਦਾ ਹੈ, ਕਿਸੇ ਦਾ ਭਲਾ ਹੁੰਦਾ ਹੈ, ਕਿਸੇ ਨੂੰ ਲਾਭ ਮਿਲਦਾ ਹੈ ਤੇ ਤੂੰ ਇੱਕੋ ਗੱਲ ਕਹੇ ਜੋ ਕੀਤਾ ਹੈ ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੈ, ਕਹਿਣਗੇ ਤੇਰਾ ਇਹਦੇ ਵਿੱਚ ਹੀ ਭਲਾ ਹੈ। ਪਰ ਅਸੀਂ ਇਹ ਤੋਂ ਉਲਟ ਚੱਲਦੇ ਹਾਂ। ਕਿਸੇ ਨੂੰ 10 ਰੁਪਏ ਦਿੱਤੇ ਹੋਣ ਤੇ ਘੱਟੋ ਘੱਟ 50 ਤੇ ਅਸੀਂ ਗਰੁੱਪ WhatsApp ਤੇ ਬਣਾਏ ਹੁੰਦੇ ਨੇ, ਉੱਤੇ ਪਾ ਦਿੱਤਾ ਜਾਂਦਾ ਹੈ। ਆ ਲਾਕਡਾਊਨ ਦੇ ਵਿੱਚ ਵੇਖਿਆ ਕਿਸੇ ਨੇ ਗੁੱਥੀ ਆਟੇ ਦੀ ਦੇ ਦਿੱਤੀ 10 ਕਿਲੋ ਦੀ, 250 ਦੀ ਆਉਂਦੀ ਹੈ ਮੇਰੇ ਹਿਸਾਬ ਨਾਲ, ਤੇ ਸੈਲਫੀਆਂ ਖਿੱਚ ਕੇ ਪਤਾ ਨਹੀਂ ਕਿੰਨੀਆਂ ਕੁ ਫੇਸਬੁੱਕਾਂ ਦੇ ਉੱਤੇ ਪਾ ਦਿੱਤੀਆਂ ਗਈਆਂ। ਉਹ ਵਿਚਾਰਾ ਉਹਨਾਂ ਸ਼ਾਇਦ ਭੁੱਖ ਨਾ ਮਰਦਾ ਜਿੰਨਾ ਜਿਹੜਾ ਸੀ ਉਹ ਲਾਹਨਤਾਂ ਦੇ ਨਾਲ ਹੀ ਮਰ ਗਿਆ ਵੀ 10 ਕਿਲੋ ਆਟਾ ਖਾ ਗਿਆ ਹੈ। ਇਹ ਸਾਡੇ ਸਮਾਜ ਦਾ ਪੱਖ ਹੈ। ਮੈਂ ਜਿਹੜੇ ਹੁਣੇ ਉਦਾਹਰਨ ਦਿੱਤੀ, ਬੜੇ ਸਾਡੀਆਂ ਸੰਪਰਦਾਵਾਂ ਨੇ ਜੀ ਜਿਹੜੇ ਵਿਆਹ ਕਰਦੀਆਂ ਨੇ, ਵਿਆਹ 5 ਧੀਆਂ ਦੇ ਕੀਤੇ, ਸਾਲ 'ਚ ਇੱਕ ਵਾਰ ਕੀਤੇ, ਪਰ ਜਿੰਨਾ ਚਿਰ ਅਗਲਾ ਵਿਆਹ ਨਾ ਕਿਸੇ ਧੀ ਦਾ ਕੀਤਾ ਉਹਨਾਂ 5 ਧੀਆਂ ਦੀ ਜਿਹੜੀ ਫੋਟੋ ਸੀ ਚੌਂਕ ਦੇ ਵਿੱਚ ਲਾ ਦਿੱਤੀ। ਕੋਈ ਸਾਡੇ ਧੀ ਜਵਾਈ ਦੀ ਫੋਟੋ ਕੱਢ ਕੇ ਸਾਹਮਣੇ ਰੱਖੇ ਤਾਂ ਸਾਨੂੰ ਕਿੱਦਾਂ ਅੱਗ ਲੱਗੇਗੀ, ਉਹ ਕਿੱਦਾਂ ਜਰਦੇ ਹੋਣਗੇ। ਜੇ ਤੁਸੀਂ ਕਿਸੇ ਨੂੰ ਦੇ ਕੇ ਗਨਾਉਣਾ ਹੈ ਨਾ, ਮੈਂ ਬੇਨਤੀ ਕਰਾਂ ਨਾ ਦਿਆ ਕਰੋ, ਕੁਛ ਨਹੀਂ ਹੁੰਦਾ। ਤੁਹਾਡੇ ਦੇਣ ਤੋਂ ਬਿਨਾਂ ਭੁੱਖਾ ਨਹੀਂ ਮਰ ਚੱਲਿਆ, ਰੱਬ ਉਹਨੂੰ ਸਾਂਭਦਾ ਪਿਆ, ਕੋਈ ਹੋਰ ਦੇ ਦੇਗਾ। ਸਤਿਗੁਰੂ ਕਹਿੰਦੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਜੇ 2 ਪੰਕਤੀਆਂ ਇਕੱਠੀਆਂ ਕਰ ਲਈਏ, ਤੈਨੂੰ ਰੱਬ ਨੇ ਦਾਤਾਂ ਦਿੱਤੀਆਂ ਨੇ, ਜੀਓ ਦਿੱਤਾ ਹੈ, ਪਿੰਡ ਦਿੱਤਾ ਹੈ, ਉਸ ਤੋਂ ਬਾਅਦ ਧਨ ਪਦਾਰਥ ਚੰਗਾ ਅਹੁਦਾ ਦਿੱਤਾ ਹੈ, 4 ਪੈਸੇ ਦਿੱਤੇ ਨੇ ਜਿਹੜੇ ਖਰਚ ਨੂੰ, ਕਹਿੰਦੇ ਤੂੰ ਹੰਡਾ ਖਰਚ ਕਰ, ਇਹ ਖਰਚਦਾ ਹੋਇਆ ਲੋਕਾਂ ਦਾ ਭਲਾ ਕਰੀ, ਭਲਾ ਕਰਕੇ ਹੱਥ ਜੋੜ ਕੇ ਮਾਫੀ ਮੰਗੀ, ਮੇਰੇ ਕੋਲ ਕਿਤੇ ਗਲਤੀ ਨਾ ਹੋ ਜਾਵੇ, ਕਰ ਪੁੰਨੋ ਨੀਚ ਸਦਾਈਏ, ਇਹਦੇ ਵਿੱਚ ਤੇਰਾ ਭਲਾ ਹੋਵੇਗਾ। ਜੇ ਲੋੜ ਹੈ ਚੰਗਾ ਆਪਣਾ। ਆਹ ਗੁਰੂ ਨਾਨਕ ਦਾ ਸਿਧਾਂਤ ਸੀ। ਅਸੀਂ ਕੀ ਕਰਦੇ, ਜਿੱਦਾਂ ਸਾਨੂੰ ਮਿੱਠੇ ਖਾਣ ਦੀ ਆਦਤ ਪੈ ਗਈ ਨਾ, ਮਿੱਠਾ ਖਾ ਖਾ ਕੇ ਅਸੀਂ ਸ਼ੂਗਰ ਦੇ ਮਰੀਜ਼ ਹੁੰਦੇ ਨੇ, ਫਿਰ ਸਾਰਾ ਛੱਡ ਦਿੰਦੇ ਹਾਂ। ਤੇ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਕੇ ਕਹਿੰਦੇ ਵੀ ਮਰੀਜ਼ ਹੋ ਗਏ ਕਾਹਦੇ, ਕਹਿ ਲਗੇ ਤੀਰਥ ਵਰਤ ਅਰ ਦਾਨ ਕਰ। ਬੜੇ ਤੀਰਥਾਂ 'ਤੇ ਗਿਆ, ਬੜੇ ਦਾਨ ਕੀਤੇ, ਬੜੇ ਪੁੰਨ ਕੀਤੇ, ਮਨ 'ਚ ਕੀ ਆ ਗਿਆ, ਮਨ ਮੈਂ ਧਰਿਆ ਗੁਮਾਨ, ਹੰਕਾਰ ਕਰਕੇ ਬਹਿ ਗਿਆ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਤੀਰਥੀ ਕੋਈ ਨਹੀਂ। ਨਾਨਕ ਨਿਫਲ ਜਾਤ ਤੇ ਜਿਉਂ ਕੁੰਚਲ ਇਸ਼ਨਾਨ, ਕਹਿੰਦੇ ਜਿਵੇਂ ਹਾਥੀ ਨਹਾ ਧੋ ਕੇ ਸਿਰ 'ਚ ਖੇਹ ਪਾ ਲੈਂਦਾ, ਹਾਲ ਤੇਰਾ ਵੀ ਉਹੀ ਹੋਇਆ। 2 ਜਾਣਿਆਂ ਨੂੰ ਦਾਨ ਕਰਕੇ 50 ਜਾਣਿਆਂ ਨੂੰ ਸੁਣਾਉਣਾ, ਤੂੰ ਵੀ ਆਪਣੇ ਸਿਰ 'ਚ ਖੇਹ ਹੀ ਪਾ ਲੈਣਾ, ਹੋਰ ਕੁਛ ਨਹੀਂ ਹੁੰਦਾ। ਸਤਿਗੁਰੂ ਕਹਿ ਲਗੇ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ, ਕਹਿ ਲਗੇ ਜੇ ਜਰਵਾਣਾ ਪਰ ਹਰੇ। ਆਹ ਥੋੜ੍ਹੀ ਜਿਹੀ ਹੁਣ ਔਖਾ ਲੱਗਣਾ ਸਾਨੂੰ। ਜਰ ਕਹਿੰਦੇ ਨੇ ਵਡੇਪੇ ਨਿਵਾਣਾ, ਕਹਿੰਦੇ ਜਦੋਂ ਵਡੇਪਾ ਆਉਂਦਾ ਹੈ। ਹੁਣ ਜਦੋਂ ਮਨੁੱਖ ਨੂੰ ਵਡੇਪਾ ਆਉਂਦਾ ਹੈ ਨਾ, ਤੇ ਮਨੁੱਖ ਇਹਨੂੰ ਮਨਜ਼ੂਰ ਨਹੀਂ ਜੇ ਕਰਦਾ। ਇਹ ਸਾਡੀ ਸੱਚਾਈ ਹੈ ਨਾ। ਕੋਈ ਨਹੀਂ ਚਾਹੁੰਦਾ ਮੇਰੀ ਉਮਰ ਕਿੰਨੀ ਹੈ। ਜੋ ਬੱਚਾ 5-7 ਸਾਲ ਦਾ ਹੁੰਦਾ ਹੈ ਨਾ, ਜਿਹੜਾ ਘਰ 'ਚ ਛੋਟਾ ਹੋਵੇ, ਡੰਡਾ ਲੈ ਕੇ ਸਾਰਿਆਂ ਨੂੰ ਅੱਗੇ ਲਾਈ ਫਿਰੇਗਾ, ਕਹਿੰਦਾ ਮੈਂ ਤੁਹਾਡਾ ਸਾਰਿਆਂ ਦਾ ਪਾਪਾ ਬਾਪੂ ਕਰਦਾ। ਜਦੋਂ ਇਹ ਵਿਚਾਰਾ 40-45 ਸਾਲ ਟੱਪਦਾ ਹੈ, ਫਿਰ ਕਹਿੰਦਾ ਨਹੀਂ ਮੈਂ ਜਵਾਨ ਬਣ ਕੇ ਬਹਿੰਦਾ ਹੈ, ਫਿਰ ਆਪਣੇ ਕੇਸਾਂ ਨੂੰ ਕਾਲਿਆਂ ਕਰਦਾ ਹੈ। ਸਤਿਗੁਰੂ ਕਹਿੰਦੇ ਜੇ ਜਰਵਾਣਾ ਪਰ ਹਰੈ, ਜਦੋਂ ਵਡੇਪਾ ਆਉਂਦਾ ਉਹਨੂੰ ਤੂੰ ਪਰੇ ਸੁੱਟਦਾ ਹੈ। ਵਾਲ ਆ ਗਏ ਚਿੱਟੇ, ਕੇਸ ਚਿੱਟੇ ਹੋ ਗਏ, ਜਿਹਨੂੰ ਬਾਣੀ ਗੁਰਮਤਿ ਹੀਰੇ ਕਹਿੰਦੀ ਹੈ, ਇਹਨਾਂ ਨੂੰ ਤੂੰ ਡਾਈ ਕਰ ਲਿਆ, ਤੇ ਪਰ ਜਿਹੜੇ ਪਰਮਾਤਮਾ ਨੇ ਮੂੰਹ 'ਚੋਂ ਦੰਦ ਪੁੱਟਦੇ ਉੱਥੇ ਕੀ ਕਰੇਗਾ? ਸਰੀਰ ਨੂੰ ਝੂਰੀਆਂ ਪੈ ਲੱਗੀਆਂ ਉੱਥੇ ਕੀ ਕਰੇਗਾ? ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਬੰਦੇ ਦਾ ਅੱਜ ਦਾ ਹਾਲ ਕੀ ਹੈ? ਕਿਸੇ ਦੀ ਉਮਰ ਪੁੱਛ ਲਓ, ਕਹਿੰਦੇ ਕਿੰਨੀ, ਕਹਿੰਦਾ 40 ਸਾਲ ਹੈ। 5 ਸਾਲਾਂ ਬਾਅਦ ਪੁੱਛ ਲਓ, ਫਿਰ ਕਹਿੰਦਾ 40 ਸਾਲ ਹੈ। ਉਹ ਉੱਥੇ ਅੜ ਜਾਂਦੀ ਹੈ ਉਮਰ, ਗਾਂ ਨਹੀਂ ਜਾਂਦੇ। ਵੈਸੇ ਇਸ ਚੀਜ਼ ਨੂੰ ਨਾ ਭੈਣਾਂ ਬੀਬੀਆਂ 'ਚ ਜ਼ਿਆਦਾ ਹੁੰਦਾ। ਬੰਦਾ ਤਾਂ ਹੰਕਾਰ ਬੜਾ ਕਰਦਾ ਜੀ ਉਮਰ ਦਾ। ਬੰਦੇ ਨੂੰ ਤੁਸੀਂ ਪੁੱਛ ਲਓ, ਕਹਿੰਦਾ ਲੈ ਮੇਰੀ ਇੰਨੀ ਉਮਰ ਹੋ ਗਈ ਹੈ। ਸਦਕੇ ਜਾਈਏ ਬੀਬੀਆਂ ਦੇ, ਬੀਬੀਆਂ ਨੇ ਕਦੀ ਨਹੀਂ ਕਿਹਾ ਕਿ ਮੇਰੀ ਇੰਨੀ ਉਮਰ ਹੋ ਗਈ ਹੈ। ਜਿੰਨੀ ਵੀ ਪੁੱਛਣਗੇ 4 ਸਾਲ ਘਟਾ ਕੇ ਹੀ ਕਹਿਣਗੇ ਵੀ ਇੰਨੀ ਕੁ ਘੱਟ ਹੀ ਹੈ। 20+ ਹੀ ਕਹੀ ਜਾਣਗੀਆਂ। ਉਮਰ ਨਿਆਣੇ ਹਾਣੋ ਹਾਣੀ ਹੋਏ ਜਾਂਦੇ ਨੇ, 20-25+ ਹੀ ਹੈ ਜੀ। ਹੁਣ ਇਹਨਾਂ ਤੇ ਪਤਾ ਨਹੀਂ ਵੀ ਪਲੱਸ ਕਿੰਨੇ ਵਿੱਚ। ਸੋ ਇਹ ਸਾਡੇ ਸਮਾਜ ਦਾ ਪੱਖ ਹੈ। ਹਾਸੇ ਵਾਲੀ ਗੱਲ ਪੈ ਗਈ, ਪਰ ਇਹ ਇਸ ਪਾਸੇ ਨੂੰ ਅਸੀਂ ਜਰ ਰਹੇ ਹਾਂ। ਸਤਿਗੁਰੂ ਕਹਿੰਦੇ ਜੇ ਜਰਵਾਨਾ ਪਰ ਹਰੈ, ਜਦੋਂ ਤੂੰ ਵਡੇਪਾ ਆ ਗਿਆ ਤੂੰ ਉਹ ਕੇਸ ਕਾਲੇ ਕਰਦਾ ਪਿਆ ਹੈ। ਜਰ ਵੇਸ ਕਰੇਂਦੀ ਆਈ ਹੈ, ਜਰ ਦਾ ਅਰਥ ਫਿਰ ਵਡੇਪਾ, ਵੇਸ ਦਾ ਅਰਥ ਰੂਪ ਧਾਰਨ ਕਰਕੇ। ਜਿਹੜੇ ਵਡੇਪੇ ਨੂੰ ਤੂੰ ਮੋੜਿਆ ਹੈ ਉਹ ਕੋਈ ਹੋਰ ਰੂਪ ਧਾਰਨ ਕਰਕੇ ਤੇਰੇ ਘਰ 'ਚ ਆ ਜਾਏਗਾ, ਉਹ ਜਾ ਨਹੀਂ ਸਕਦਾ। ਇਹ ਰੱਬ ਦੀ ਦਾਤ ਹੈ। ਬਚਪਨ ਆਇਆ ਸੀ ਨਾ, ਚਲਾ ਗਿਆ। ਅੱਜ ਤੇਰੇ ਕੋਲ ਬਚਪਨ ਨਹੀਂ ਹੈ। ਬਚਪਨ ਕੱਲਾ ਮੂੰਹ ਥੋੜ੍ਹੀ ਵੱਡਾ ਆ, ਕੱਲਾ ਰੋਮ ਸਾਡੇ ਸਰੀਰ ਦਾ ਵਧਿਆ। ਛੋਟੇ ਜਿਹੇ ਤੋਂ 3 ਕਿਲੋ ਵੇਟ ਹੁੰਦਾ ਨਾ ਬੱਚੇ ਦਾ, 2.5-3 ਕਿਲੋ, ਤੇ ਜਵਾਨ ਜਿਹੜਾ 70-80 ਕਿਲੋ ਦਾ ਹੁੰਦਾ ਹੈ। ਤੁਸੀਂ ਹਿਸਾਬ ਲਾ ਲਓ, ਕੱਲਾ ਰੋਮ ਉਹਦਾ ਜਿਹੜਾ ਸੀ ਵਿਕਸਿਤ ਹੋਇਆ। ਜੇ ਬਚਪਨ ਚਲਾ ਗਿਆ, ਜਵਾਨੀ ਆ ਗਈ, ਇਹ ਵੀ ਰੱਬ ਦੀ ਦਾਤ ਸੀ। ਜਵਾਨੀ ਚਲ ਗਈ, ਵਡੇਪਾ ਵੀ ਜ਼ਰੂਰ ਆਉਣਾ ਹੈ। ਵਡੇਪਾ ਚਲਾ ਗਿਆ ਤੇ ਮੌਤ ਜ਼ਰੂਰ ਆਉਣੀ। ਇਹਨੂੰ ਤੂੰ ਮਨਜ਼ੂਰ ਕਰ ਲਾ। ਸਤਿਗੁਰੂ ਕਹਿੰਦੇ ਜੇ ਜਰਵਾਨਾ ਪਰ ਹਰੇ, ਤੂੰ ਜਰਵਾਨਾ ਆਇਆ ਤੇ ਤੂੰ ਕੇਸਾਂ ਨੂੰ ਜਿਹੜਾ ਸੀ ਕਾਲੇ ਕਰ ਲਿਆ। ਇਹਨੂੰ ਗੁਰਮਤ ਨਹੀਂ ਮੰਨਦੀ।
पर यह बड़ा तगड़ा ये पक्ष है, ये पत दे विच गिनिया जांदा जी। ये नाल चलो अज साडे जिहड़ा समाज है कहना किनू है, साडे जिहड़े गुरुद्वारियां दे प्रबंधक ने, जिहड़े प्रधान ने, उही मूँह रंगाई फिरदे हुंदे, होर असीं किनू आखीए। बहुत गुरुद्वारियां ते चलो साडे ते चलो किरपा है भी, प्रबंधक भी बैठे सामने दाड़ा चिट्टा देख रहा। बहुत सारे मैं प्रबंधक इदे वेखे ने कि दाड़ियां कालियां कीतियां हुंदियां ने, पग चों मगरों वाल चिट्टे दिख रहे हुंदे ने, जां बंदा उत्थे भी डाई मार ले। वो सतगुरु कहंदे जे जरवाना पर हरे, तू भजाई जा जिन्ना भजा सकदा, जर वेस करेंदी आई है। होर कोई रूप धारण करके वडेपा आ जाएगा, केस काले कर ले। आ जिहड़ी तुहाडा ये बॉडी है, ये हड्डियां मास छड्डदियां जांदियां ने, लक च कुब पै रहा, इनू कित्थों कढ लोगे तुसीं कुब नूं? मूँह दे विचों बोलिया नहीं जा रहा हुण, ये शब्द कित्थों लै आओगे? अखां निगाह चली गई, निगाह कित्थों लै आओगे? डाई तुसीं वाल कर ले, होर कुछ नहीं होना। जे तुसीं अजकल जो भी चलता है डाइटिंग के उत्ते जाके थोड़ा बहुता आ घाह फूस जिहा भी खा लो, वडेपा तां भी आ जाना, बंदा बहुता चिर जवान नहीं रह सकता। जर वेस करेंदी आई है, किसी ना किसी रूप दे विच जर आवेगा समाप्ति, तो कह लगे को रह ना भरीए पाईए। पाईए का अर्थ ये पाईया भी हुंदा है, पाईए का अर्थ पाए भी हुंदा है, पैर भी हुंदा है। पाईए का अर्थ बहुते विद्वानां ने जिहड़ा ये मिनती वाला भी कीता है, पर इत्थे पाईए का अर्थ है पन घड़ी। इनू थोड़ा जिहा समझो, कई बारी सुन च चीज़ां नहीं आउंदियां। एक पन घड़ी हुंदी है, अज जिवें साडे कोल क्लॉक ने ना, इलैक्ट्रॉनिक ने, अज दूजियां घड़ियां ने साडे मोबाइल ते ने। ये तो जो पुराने समय दे विच समा मापिया जांदा सी ना, उदों पन घड़ी हुंदी सी। एक चपणी तुसीं समझदे होवोगे, चपणी लैके ना ते उहदे विच थल्ले सुराख कर दिता जांदा सी, शेक कर दिता जांदा सी बहुत बरीक, उहनूं पानी दे विच रख देना। हुण मिट्टी दा भांडा कदी पानी दे विच डुबदा नहीं, ये याद रखिओ। जिहड़ा पक्का भांडा ना, वो कदी नहीं डुबदा। हुण वो चपणी दे विच शेक करके ते उहनूं पानी दे उत्ते रख देना। जिहड़ा शेक सी, शेक दे राहीं हौली हौली थल्लिओं पानी जा रहा, उस चपणी दे विच पै रहा है। ਜਦੋਂ चपणी डुब जाती सी, समय का अंदाज़ा ला लिता जाता सी कि इन्ना समा हो गया। उदों इन्हां तरीकों के नाल समा वाचिया जाता सी, उहनूं पन घड़ी कहा जाता सी। सतगुरु कहंदे जदों एक पन घड़ी, एक चपणी भर जाती, वो डुब जाती है, ਉਹਦਾ समा हो जाता, तेरे तो वडेपा आ गया, एक दिन तू भी डुब जाना, जिथे मर्जी भज ला, को रह ना भरीए पाईए। जे एक पन घड़ी नहीं ना रहिंदी ते रहना संसार दे उत्ते किसी ने भी, सारिਆਂ ने इस संसार नूं अलविदा कह के चले ही जाना है। को रह ना भरीए पाईए, ਇਹਦਾ भाव ये निकलता है कि भलिया नाउ तेरा निरंकार है, तू परमात्मा का नाम जप, वडेपा आवेगा, मौत आवेगी, मौत आउण तो पहला तू परमात्मा के चरणों के विच प्रवान हो जी, तेरा जीवन सफल हो जाएगा। इस ही समुची पौड़ी की विचार जिहदा तत्त भाव ये निकलदा। इहदे नाल दो श्लोक सन जिहदे विच सतगुरां ने कहा सी लोक रास पाउंदे ने रब नूं खुश करन वास्ते, पर यह केवल तो केवल तां सी कि रब तक पहुँचया जाए। सिद्धांत उड गया। सतगुरु कहंदे तू परमात्मा नूं मिलना है तो सब तो सौखा तरीका है तू परमेश्वर का नाम जप, जिहदे नाल तेरा जीवन सफल हो सके। इन्नियां बेनतियां प्रवान होईयां, भुलां गलतियां दी खिमा। आओ पावन पंक्तियां दा जाप सरवण करके समाप्ति करिए। जे जरवाना पर हरै, जर वेस करेंदी आईए, को रह ना भरीए पाईए। वाहिगुरू जी का